With Brexit comes new laws and changes. Make sure you have the right help to navigate your way through. GLS Solicitors is led by award-winning solicitor Harjap Singh Pangal. GLS Solicitors, winning experts need an expert. Indoor restaurants ਤੇ ਵਗੈਰਾ ਜੋ ਹੈਗੇ ਇੰਡੋਰ ਡਾਈਨਿੰਗ ਉਹ ਸਾਰਾ ਖੋਲ੍ਹਿਆ ਜਾਊਗਾ ਪਰ ਲੇਟੈਸਟ ਜੋ ਖਤਰਾ ਹੈਗਾ ਉਹ ਇੰਡੀਆ ਤੋਂ ਆਇਆ ਆ ਇਨ ਦ ਫੋਰਮ ਆਫ ਜੋ ਇੰਡੀਅਨ ਵੇਰੀਐਂਟ ਹੈਗਾ ਆ ਕੋਵਿਡ ਦਾ ਉਹ ਬੜਾ ਖਤਰਨਾਕ ਸਾਬਿਤ ਹੋ ਰਿਹਾ ਆ ਤੇ ਉਹਦੇ ਨਾਲ ਮੌਤਾਂ ਹੋ ਚੁੱਕੀਆਂ ਯੂਕੇ ਦੇ ਵਿੱਚ ਤੇ ਕਾਫੀ ਕੇਸ ਲੱਭੇ ਗਏ ਆ ਤੇ ਉਹਦੇ ਹਿਸਾਬ ਨਾਲ ਇਹਨਾਂ ਨੇ ਕੁਝ ਮੈਜਰਸ ਕੀਤੇ ਆ ਕਿ ਜੀ ਜੋ ਇਹ ਖਾਸ ਤੌਰ 'ਤੇ ਕੁਝ ਟਾਊਨਾਂ ਵਿੱਚ ਤੇ ਵੈਕਸੀਨ ਦੇ ਵਿੱਚ ਇਹਨਾਂ ਨੇ ਵੈਕਸੀਨ ਦਾ ਜੋ ਗੈਪ ਹੈਗਾ ਆ ਅੱਗੇ 12 ਹਫ਼ਤੇ ਹੁੰਦਾ ਸੀਗਾ ਪਹਿਲਾ ਤਾਂ ਦੂਜੇ ਟੀਕੇ ਦੇ ਵਿੱਚ ਇਹਨਾਂ ਨੇ 8 ਹਫ਼ਤਿਆਂ ਦਾ ਕਰ ਦਿੱਤਾ ਆ ਸੋ ਇਹ ਚਾਹੁੰਦੇ ਆ ਕਿ ਜਿੰਨੇ ਵੀ ਵੈਕਸੀਨ ਲੱਗ ਜਾਣ ਲੋਕਾਂ ਨੂੰ ਲੱਗਣ ਤਾਂ ਕਿ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਇਮਿਊਨਿਟੀ ਬਣੇ ਕਿ ਇਹ ਲੜ ਸਕੇ ਹੱਲੇ ਕੋਈ ਇਹਨਾਂ ਨੇ ਇਹ ਸਾਬਿਤ ਨਹੀਂ ਹੋਇਆ ਕਿ ਜੀ ਉਹ ਵੈਕਸੀਨ ਕੰਮ ਕਰਦੇ ਆ ਇੰਡੀਅਨ ਵੇਰੀਐਂਟ ਦੇ ਖਿਲਾਫ ਜਾਂ ਨਹੀਂ ਜਾਂ ਇੰਡੀਅਨ ਵੇਰੀਐਂਟ ਵੈਕਸੀਨ ਦੇ ਉੱਤੇ ਹਾਵੀ ਪੈਂਦੀ ਹੈ ਜਾਂ ਨਹੀਂ ਸੋ ਉਹ ਹਲੇ ਟੈਸਟਿੰਗ ਹੋ ਰਹੀ ਆ ਬਟ ਇਹ ਸਾਰਿਆਂ ਨੂੰ ਇਹੀ ਕਹਿ ਰਹੇ ਕਿ ਆਪਣੇ ਤੁਸੀਂ ਵੈਕਸੀਨ ਲਵਾਓ ਅਤੇ ਕੁਛ ਜਗ੍ਹਾ ਵਿੱਚ ਤਾਂ ਇਹਨਾਂ ਨੇ ਡਾਕਟਰਾਂ ਨੇ ਸਰਜਰੀਆਂ ਨੇ ਇਹ ਵੀ ਕਿਹਾ ਕਿ ਜੀ ਸਾਡੇ ਕੋਲ ਵਾਧੂ ਵੈਕਸੀਨ ਪਏ ਆ ਕਿ ਜੋ ਵੀ 18 ਤੋਂ ਉੱਤੇ ਆ ਕੇ ਲਵਾ ਲਓ ਤਾਂ ਅੱਜ ਕਿਉਂ ਲੱਗੇ ਹੋ ਸੀ ਕਈ ਸਰਜਰੀਆਂ ਦੇ ਮੋਹਰੇ ਸੋ ਹੁਣ 40 ਸਾਲ ਤੋਂ ਉੱਤੇ ਜੋ ਹੈਗੇ ਸਾਰੇ ਵੈਕਸੀਨ ਲਵਾ ਸਕਦੇ ਈਵਨ 39 ਈਅਰ ਓਲਡਸ ਵੀ ਆਪਣੇ ਆਪ ਨੂੰ ਜਾ ਕੇ ਫੋਨ ਕਰਕੇ ਅਰੇਂਜ ਯੋਰ ਅਪੁਆਇੰਟਮੈਂਟ ਅਤੇ ਬਾਕੀ ਜੇ ਤੁਸੀਂ ਸ਼ੀਲਡਿੰਗ ਹੈਗੇ ਆ ਜਾਂ ਵਲਨਰੇਬਲ ਹੈਗੇ ਤੁਹਾਡੇ ਹੋਪਫੁਲੀ ਲੱਗ ਗਈ ਹੋਊਗੀ ਵੈਕਸੀਨ ਅਤੇ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਰੱਖਣਾ ਹਾਲੇ ਵੀ ਸਲੋਲੀ ਇਹ ਕਹਿ ਰਿਹਾ ਕਿ ਜੀ ਮੁਲਕ ਹੁਣ ਥੋੜ੍ਹਾ ਨੋਰਮੈਲਿਟੀ 'ਤੇ ਆ ਰਿਹਾ ਅਤੇ ਜੂਨ 21 ਨੈਕਸਟ ਡੇਟ ਹੈਗੀ ਆ ਜਦੋਂ ਜੀ ਕਹਿੰਦੇ ਬਾਕੀ ਸਾਰਾ ਕੁਛ ਖੁੱਲ੍ਹ ਜਾਏਗਾ ਪਰ ਅੱਜ ਇਹਨੇ ਕਿਹਾ ਕਿ ਦੇਖੋ ਇਹ ਇੰਡੀਅਨ ਵੇਰੀਐਂਟ ਉਹਦੇ ਹਿਸਾਬ ਨਾਲ ਦੇਖਣਾ ਪੈਣਾ ਅਤੇ ਜੀ ਕਿ ਕੀ ਕੁਛ ਹੋ ਰਿਹਾ ਤਾਂ ਹਲੇ ਜੂਨ 21 ਵਾਲੀ ਡੇਟ ਹਲੇ ਸੈੱਟ ਨਹੀਂ ਹੈਗੀ ਕਹਿੰਦਾ ਕੋਸ਼ਿਸ਼ ਤਾਂ ਕਰਾਂਗੇ ਪਰ ਡਿਪੈਂਡ ਕਰਦਾ ਕਿ ਇੰਡੀਅਨ ਵਾਲਾ ਵੇਰੀਐਂਟ ਕਾਬੂ 'ਚ ਆਉਂਦਾ ਜਾਂ ਨਹੀਂ ਅਤੇ ਇਹ ਹੈਗਾ ਖਤਰਨਾਕ ਵੇਰੀਐਂਟ ਜੋ ਹੈਗਾ ਇਹ ਉਹ ਲੈ ਕੇ ਆਏ ਜੀ ਜਿਹੜੇ ਇੰਡੀਆ ਤੋਂ ਵਾਪਸ ਆਉਂਦੇ ਸੀਗੇ ਜਹਾਜ਼ਾਂ ਦੇ ਜਹਾਜ਼ ਭਰ ਕੇ ਜਾਂ ਵਿਆਹ ਵਿਊ ਤੁਸੀਂ ਖਾ ਕੇ ਆਏ ਆ ਜਾਂ ਕੋਈ ਫੰਕਸ਼ਨ 'ਤੇ ਜਾ ਕੇ ਆਏ ਆ ਉਹ ਚੀਜ਼ਾਂ ਤੋਂ ਜੀ ਤੁਸੀਂ ਬਹੁਤ ਮਿਹਰਬਾਨੀ ਤੁਹਾਡੀ ਅਤੇ ਵਿਆਹ ਤਾਂ ਤੁਸੀਂ ਖਾਏ ਪਰ ਤੁਸੀਂ ਉਹ ਵੇਰੀਐਂਟ ਲਿਆ ਕੇ ਇੱਥੇ ਬੰਦੇ ਦੇ ਦਾਗਾਂ ਵੀ ਤੁਸੀਂ ਨਾਲ ਦੀ ਨਾਲ ਦਾ ਇੰਤਜ਼ਾਮ ਕਰ ਦਿੱਤਾ ਸੋ ਮੇਰੀ ਤਾਂ ਬੇਨਤੀ ਇਹੀ ਹੈ ਜੀ ਕਿ ਤੁਸੀਂ ਇੰਡੀਆ ਹੱਲੇ ਜਾਣ ਦਾ ਸੋਚੋ ਨਾ ਇੰਡੀਆ ਹਾਲਾਤ ਤੁਸੀਂ ਦੇਖ ਹੀ ਰਹੇ ਆ ਹਜ਼ਾਰਾਂ ਹੀ ਲੋਕ ਮਰ ਰਹੇ ਆ ਰੋਜ਼ ਦੇ ਹਜ਼ਾਰਾਂ ਦੇ ਤੁਸੀਂ ਫੋਟੋਆਂ ਵੀ ਦੇਖੀਆਂ ਕਿ ਉੱਥੇ ਲਾਸ਼ਾਂ ਜੋ ਹੈਗੀਆਂ ਉਹਨਾਂ ਦੇ ਸੰਸਕਾਰ ਕਰਨ ਨੂੰ ਜਗ੍ਹਾ ਹੀ ਨਹੀਂ ਹੈਗੀ ਢੇਰਾਂ ਦੇ ਢੇਰ ਆ ਲਾਸ਼ਾਂ ਦੇ ਅਤੇ ਲਾਸ਼ਾਂ ਤਾਂ ਈਵਨ ਆਪਾਂ ਨਦੀ 'ਚ ਵੀ ਦੇਖੀਆਂ ਮੈਂ ਗੰਗਾ 'ਚ ਕਿ ਉਹਨਾਂ ਦੇ ਸੰਸਕਾਰ ਅੱਧੇ ਹੀ ਕੀਤੇ ਹੋ ਸੀ ਤਾਂ ਸਿੱਟੀਆਂ ਸੀਗੀਆਂ ਸੋ ਉਹ ਵੀ ਇਸ ਹਫ਼ਤੇ ਲੱਭੀਆਂ ਗਈਆਂ ਸੋ ਉਹਦੇ ਵਿੱਚ ਆਪਾਂ ਇਸ ਹਾਲਾਤਾਂ ਦੇ ਵਿੱਚ ਇੰਡੀਆ ਜਾਣ ਦਾ ਕੋਈ ਜੋ ਹੈਗਾ ਸੈਂਸ ਨਹੀਂ ਬਣਦਾ ਅਤੇ ਕੁਛ ਨਹੀਂ ਹੋਇਆ ਜੀ ਇੰਡੀਆ ਨੂੰ ਉੱਦਾਂ ਦਾ ਹੀ ਹੈ ਜਿੱਦਾਂ ਦਾ ਛੱਡ ਕੇ ਆਏ ਸੀ ਤੁਸੀਂ ਕੁਛ ਬਾਹਲਾ ਬਦਲਿਆ ਨਹੀਂ ਸੋ ਉਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਸੋਚ ਲਈਏ ਇਹ ਨਾ ਹੋ ਤੁਸੀਂ ਇੰਡੀਆ ਜਾਂਦੇ ਉੱਥੇ ਹੀ ਰਹਿ ਜਾਓ ਸੋ be very careful also letting visitors from India in your house is be very careful for that ਸੋ ਇਹਨਾਂ ਨੇ ਹੁਣ ਇੰਡੀਆ 'ਤੇ ਜੋ ਫਲਾਈਟਾਂ ਹੈਗਾ ਮੇਰਾ ਖਿਆਲ ਹੈ ਇਹਨਾਂ ਨੇ ਠੱਪ ਕਰ ਦੇਣੀਆਂ ਕਿ ਉਹ ਹੁਣ ਅੱਜ ਕਾਫੀ ਕ੍ਰਿਟਿਸਿਜ਼ਮ ਮਿਲੀ ਬੋਰਿਸ ਜੌਨਸਨ ਨੂੰ ਕਿ ਜੇ ਤੈਨੂੰ ਪਤਾ ਸੀ ਕਿ ਇੰਡੀਆ ਦੀ ਵੇਰੀਐਂਟ ਹੈਗੀ ਆ ਤਾਂ ਤੂੰ ਇਹ ਫਲਾਈਟਾਂ ਕਿਉਂ ਨਹੀਂ ਬੰਦ ਕੀਤੀਆਂ ਜਹਾਜ਼ਾਂ ਦੇ ਜਹਾਜ਼ ਭਰੇ ਤਾਂ ਆਉਂਦੇ ਜਾਂਦੇ ਸੀਗੇ ਸੋ ਉਹਦੇ ਵਿੱਚ ਇਹਨੂੰ ਕ੍ਰਿਟਿਸਿਜ਼ਮ ਕਾਫੀ ਜੋ ਹੈਗੀ ਆ ਮਿਲੀ ਆ ਉਸ ਹਿਸਾਬ ਨਾਲ ਥੋੜ੍ਹੀ ਐਕਸ਼ਨ ਲੈਣੀ ਆ ਜੀ ਉਸ ਚੀਜ਼ ਦੇ ਨਾਲ ਦੈਟ ਇਜ਼ ਵੀ ਨੀਡ ਟੂ ਬੀ ਕੇਅਰਫੁਲ ਔਨ ਦੈਟ ਲੋਕ ਬਹੁਤ ਪੁੱਛੇ ਭਾਈ ਪਿਛਲੇ ਹਫ਼ਤੇ ਦਾ ਸ਼ੋਅ ਤੁਸੀਂ ਜੋ ਕੀਤਾ ਸੀ ਬਹੁਤ ਵਧੀਆ ਸੀਗਾ ਥੈਂਕ ਯੂ ਜੀ ਕਿ ਸ਼ੋਅ ਬਹੁਤ ਵਧੀਆ ਸੀਗਾ ਤੁਸੀਂ ਪਸੰਦ ਕੀਤਾ ਸਾਰੇ ਸ਼ੋਅ ਆਪਾਂ YouTube ਦੇ ਚੈਨਲ 'ਤੇ ਹਰਜਾਪ ਭੰਗਲ ਵਾਲੇ 'ਤੇ ਚਾੜ ਦਈਦੇ ਆ ਤਾਂ ਉਹ ਤੁਸੀਂ ਦੇਖ ਸਕਦੇ ਆ ਅਤੇ ਬਾਕੀ ਜੋ ਅਪ ਟੂ ਡੇਟ ਇਨਫੋਰਮੇਸ਼ਨ ਹੁੰਦਾ ਅਰਜੈਂਟ ਵਾਲਾ ਉਹ ਮੈਂ ਸੋਸ਼ਲ ਮੀਡੀਆ 'ਤੇ ਪਾ ਦਿੰਦਾ ਹੁੰਦਾ ਫੇਸਬੁੱਕ 'ਤੇ ਟਵਿੱਟਰ 'ਤੇ ਜਾਂ ਟਿਕਟੋਕ 'ਤੇ ਮੈਂ ਤਾਂ ਆਪਣਾ ਟਿਕਟੋਕ ਇਹੀ ਚੀਜ਼ਾਂ ਨਹੀਂ ਵਰਤਦਾ ਜੀ ਕਿ ਲੋਕਾਂ ਨੂੰ ਇਨਫੋਰਮੇਸ਼ਨ ਦਈਏ ਅਤੇ ਸੱਚਾ ਹੈ ਜਾਂ ਝੂਠਾ ਹੈ ਤਾਂ ਉਹਦੇ ਵਿੱਚੋਂ ਆਪਾਂ ਫ਼ਰਕ ਦੱਸੀਏ ਕਿਉਂਕਿ ਮੈਂ ਆਹ ਦੇਖਿਆ ਕਿ ਟਿਕਟੋਕ 'ਤੇ ਖਾਸ ਤੌਰ 'ਤੇ ਬਹੁਤ ਝੂਠਾ ਇਨਫੋਰਮੇਸ਼ਨ ਬਹੁਤ ਫਿਰ ਰਿਹਾ ਹੈਗਾ ਸੋ ਉਸ ਹਿਸਾਬ ਨਾਲ ਜੀ ਸੱਚ ਕੋਈ ਬੋਲਣ ਨੂੰ ਸੱਚ ਘਬਰਾਉਂਦੇ ਹੀ ਆ ਲੋਕ ਅਤੇ ਐਲਰਜੀ ਜਿੱਦਾਂ ਹੁੰਦੀ ਆ ਤਾਂ ਕੋਈ ਗੱਲ ਨਹੀਂ ਆਪਾਂ ਸੱਚ ਬੋਲਾਂਗੇ
ਤੇ ਉਹਦੇ ਵਿੱਚ ਆਪਾਂ ਜੋ ਹੈਗਾ ਸੱਚ ਦੱਸੀਦਾ ਹੈ। ਤੇ ਬਾਕੀ ਉਹਦਾ ਜੋ ਜ਼ਿਆਦਾ ਵੇਰਵਾ ਹੁੰਦਾ ਉਹ ਅੱਜ ਦੀ ਸ਼ੋਅ 'ਚ ਦੇਈਦਾ ਹੁੰਦਾ ਹੈ ਜੀ। ਇਸ ਹਫ਼ਤੇ ਕੀ ਹੋਇਆ ਇਨ ਦਾ ਵਰਲਡ ਆਫ ਇਮੀਗ੍ਰੇਸ਼ਨ। ਪਿਛਲੇ ਹਫ਼ਤੇ ਤੁਹਾਨੂੰ ਪਤਾ ਹੈ ਆਪਾਂ ਤੁਹਾਨੂੰ ਖਬਰ ਦਿੱਤੀ ਸੀ ਕਿ ਜੀ ਡੀਲ ਸਾਈਨ ਹੋ ਗਿਆ ਅਤੇ ਇਹਨਾਂ ਨੇ ਇੰਡੀਅਨ ਲੋਕ ਜੋ ਹੈਗੇ ਆ ਭੇਜਣੇ ਆ ਸਪੀਡਾਂ ਦੇ ਨਾਲ। ਉਹ ਇਸ ਹਫ਼ਤੇ ਆਲਰੇਡੀ ਸ਼ੁਰੂ ਕਰ ਚੁੱਕੇ ਆ। ਤਾਂ ਉਹਦਾ ਇੱਕ ਸੀਨ ਕੱਲ੍ਹ ਵੀ ਦੇਖਿਆ ਗਿਆ, ਪਰ ਉਹਦੇ ਵਿੱਚ ਇਹ ਵੀ ਦਿਖਾ ਲਿਆ ਗਿਆ ਜੀ ਕਿ ਲੋਕਤੰਤਰ ਦੇ ਵਿੱਚ ਜਦੋਂ ਲੋਕਾਂ 'ਚ ਏਕਤਾ ਹੋਵੇ, ਖਾਸ ਤੌਰ 'ਤੇ ਜਦੋਂ ਤੁਸੀਂ ਹੋਰਨਾਂ ਨੂੰ ਆਪਣੀ ਗੱਲ ਸਮਝਾਓ, ਗੋਰਿਆਂ ਨੂੰ ਜਾਂ ਇੱਥੇ ਦੇ ਪੱਕੇ ਲੋਕਾਂ ਨੂੰ, ਤਾਂ ਉਹ ਤੁਹਾਡੀ ਮਦਦ ਕਿਸ ਤਰ੍ਹਾਂ ਕਰ ਸਕਦੇ ਆ। ਆਪਾਂ ਪਟੀਸ਼ਨਾਂ ਪਾਉਂਦੇ ਆ ਕਰਦੇ ਹਾਂ, ਪਰ ਐਕਚੁਅਲੀ ਆਪਾਂ ਸਿਰਫ ਆਪਣੇ ਬੰਦੇ ਤੱਕ ਸੀਮਿਤ ਰੱਖਦੇ ਹਾਂ, ਹੈ ਨਾ। ਕੱਚਿਆਂ ਦੀ ਪਟੀਸ਼ਨਾਂ ਦਾ ਬੜਾ ਕੋਈ ਮਾਇਨਾ ਨਹੀਂ ਰਖਾਉਂਦਾ। ਆਪਾਂ ਜਦ ਤੱਕ ਇਸ ਮੁਲਕ ਦੇ ਜੋ ਹੈਗੇ ਪੱਕੇ ਬੰਦੇ ਆ ਜਾਂ ਗੋਰੇ ਆ ਉਹਨਾਂ ਨੂੰ ਨਹੀਂ ਗੱਲ ਸਮਝਾਉਂਦੇ, ਆਪਣੀ ਤਕਲੀਫ ਨਹੀਂ ਸਮਝਾਉਂਦੇ, ਉਹ ਤੁਹਾਡਾ ਸਪੋਰਟ ਨਹੀਂ ਕਰੂਗੇ ਇਸ ਚੀਜ਼ ਦੇ ਵਿੱਚ। ਪਰ ਕੱਲ੍ਹ ਇੱਕ ਹਾਦਸਾ ਹੋਇਆ ਜੀ ਗਲਾਸਗੋ ਦੇ ਵਿੱਚ, ਜਿੱਥੇ ਈਦ ਵਾਲਾ ਦਿਨ ਸੀ ਨਾਲੇ। ਸੋ ਸੱਚ ਮੈਂ ਈਦ ਮੁਬਾਰਕ ਵੀ ਦੇ ਦੇਵਾਂ ਸਾਰਿਆਂ ਨੂੰ, ਕਹਿ ਦੇਵਾਂ ਜਿਨ੍ਹਾਂ ਨੇ ਈਦ ਮਨਾਈ ਸੀਗੀ। ਅਤੇ ਈਦ ਵਾਲੇ ਦਿਨ ਜੀ ਇਹਨਾਂ ਨੇ ਕੀ ਕੀਤਾ, ਇਮੀਗ੍ਰੇਸ਼ਨ ਨੇ ਛਾਪਾ ਮਾਰਿਆ ਗਲਾਸਗੋ ਦੇ ਵਿੱਚ। ਤਾਂ ਉੱਥੇ 2 ਆਪਣੇ ਬੰਦੇ ਫੜ ਲਏ ਇਹਨਾਂ ਨੇ, ਪੰਜਾਬੀ ਬੰਦੇ। ਅਤੇ ਉਹ ਬੰਦੇ ਫੜੇ ਇਹਨਾਂ ਨੇ, ਅਤੇ ਜਿਹੜੇ ਉੱਥੇ ਉਸ ਵੇਲੇ ਬੰਦੇ ਸੀਗੇ ਗੋਰੇ ਅਤੇ ਸਾਡੇ ਪਾਕਿਸਤਾਨੀ ਭਰਾ, ਉਹਨਾਂ ਨੂੰ ਇਸ ਚੀਜ਼ ਚੰਗੀ ਨਹੀਂ ਲੱਗੀ ਕਿ ਤੁਹਾਨੂੰ ਇੱਕ ਤਾਂ ਕਹਿੰਦੇ ਕਿ ਅੱਜ ਦਾ ਦਿਨ ਜੋ ਹੈਗਾ ਈਦ ਵਾਲਾ ਹੀ ਮਿਲਿਆ ਸੀ ਕੱਚੇ ਬੰਦੇ ਫੜਨ ਦਾ, ਇਹ ਤੁਸੀਂ ਜਾਣ ਕੇ ਸ਼ਰਾਰਤ ਕੀਤੀ। ਦੂਜੀ ਉਹ ਕਹਿੰਦੇ ਸੀ ਕਿ ਜਿਸ ਸਟਾਈਲ ਨਾਲ ਤੁਸੀਂ ਫੜੇ ਆ ਸਾਨੂੰ ਉਸ ਚੀਜ਼ ਨਾਲ ਇਹ ਅੱਛਾ ਨਹੀਂ ਲੱਗਾ। ਉਹਨਾਂ ਨੇ ਘੇਰਾ ਪਾ ਲਿਆ ਜੀ ਵੈਨ ਨੂੰ ਜੋ ਹੈਗਾ ਆ। ਅਤੇ ਉਹ ਮੈਂ ਤੁਹਾਨੂੰ ਵੀਡੀਓ ਦਿਖਾਲਦਾ, ਤੁਸੀਂ ਇਹ ਵੀਡੀਓ ਦੇਖੋ ਜੀ ਕਿ ਕਿੱਦਾਂ ਘੇਰਾ ਪਾਇਆ। ਤਾਂ ਬਾਕੀ ਉਹਦੀ ਫਿਰ ਮੈਂ ਤੁਹਾਨੂੰ ਦੱਸਦਾ ਕਿ ਕੀ ਸਟੋਰੀ ਹੋਈ ਆ ਕੀ ਨਹੀਂ। ਸੋ ਇਹ ਮਿਲਦੇ ਹਾਂ ਆਹ ਵੀਡੀਓ ਤੋਂ ਬਾਅਦ। ਹਾਂਜੀ, ਇਹ ਤੁਸੀਂ ਦੇਖ ਰਹੇ ਆ ਜੀ। ਤਾਂ ਇਹਦੇ ਵਿੱਚ ਗੋਰੇ ਜ਼ਿਆਦਾ ਤੁਸੀਂ ਦੇਖਿਓਗੇ। ਪੋਲਕ ਸ਼ੀਲ ਦਾ ਏਰੀਆ ਹੈਗਾ ਜਿੱਥੇ ਸਾਰਾ ਗਲਾਸਗੋ ਦੇ ਵਿੱਚ, ਉੱਥੇ ਆਪਣਾ ਗੁਰੂ ਘਰ ਵੀ ਹੈਗਾ ਆ। ਮੈਂ ਜਾਇਆ 2-3 ਵਾਰੀ ਉੱਥੇ, ਅਤੇ ਬਹੁਤ ਅੱਛੇ ਲੋਕ ਆ। ਤਾਂ ਸਕਾਟਲੈਂਡ ਦੇ ਵਿੱਚ ਤੁਸੀਂ ਦੇਖੀਏ ਕਿ ਲੋਕ ਥੋੜ੍ਹੇ ਡਿਫਰੈਂਟ, ਉਹਨਾਂ ਦਾ ਰਿਐਕਸ਼ਨ ਹੈਗਾ ਇਮੀਗ੍ਰੇਸ਼ਨ ਨੂੰ। ਉਹ ਇੰਨੇ ਅਗੇਂਸਟ ਨਹੀਂ ਇਮੀਗ੍ਰੇਸ਼ਨ ਦੇ ਜਿੰਨੇ ਸਹੀ ਵੈਲਸ਼ ਆ ਜਾਂ ਇੰਗਲਿਸ਼ ਆ। ਸੋ ਉਹਦੇ ਵਿੱਚ ਉਹਨਾਂ ਨੇ ਐਕਚੁਅਲੀ ਉਹਨਾਂ ਨੇ EU ਦੇ ਵਿੱਚ ਰਹਿਣ ਲਈ ਵੀ ਵੋਟ ਪਾਈ ਸੀਗੀ ਸਕਾਟਲੈਂਡ ਦਾ ਜੇ ਦੇਖਿਆ ਜਾਵੇ। ਸੋ ਉਹ ਕਾਫੀ ਉਹਨਾਂ ਦਾ ਨਜ਼ਰੀਆ ਡਿਫਰੈਂਟ ਆ। ਉਹਦੀ ਵੈਨ ਘੇਰ ਲਈ ਉਹਨਾਂ ਨੇ ਇਮੀਗ੍ਰੇਸ਼ਨ ਦੀ, ਉੱਥੇ ਇਕੱਠਾ ਹੋ ਗਿਆ। ਤੁਸੀਂ ਦੇਖਿਆ ਹੀ ਹੈ ਜੀ, ਮੇਰਾ ਖਿਆਲ ਉੱਤੇ 400-500 ਬੰਦਾ ਇਕੱਠਾ ਹੋ ਗਿਆ, ਵਿੱਚ ਹੀ ਪੁਲਿਸ ਵਾਲੇ ਆ ਗਏ ਅਤੇ ਫਿਰ ਉਹਨਾਂ ਦਾ ਆਮਣਾ ਸਾਹਮਣਾ ਹੋ ਗਿਆ। ਇੱਕ ਬੰਦਾ ਤਾਂ 8 ਘੰਟੇ ਵੈਨ ਦੇ ਥੱਲੇ ਹੀ ਲਿਟ ਗਿਆ ਕਿ ਤੁਸੀਂ ਵੈਨ ਨਹੀਂ ਮੂਵ ਕਰ ਸਕਦੇ। ਓਬਵੀਅਸਲੀ ਇਮੀਗ੍ਰੇਸ਼ਨ ਵਾਲਿਆਂ ਨੂੰ ਤਾਂ ਫਿਰ ਥੋੜ੍ਹਾ ਜਿਹਾ ਪੈ ਗਿਆ ਕਿ ਆਪਾਂ ਹੁਣ ਕਰੀਏ ਕੀ। ਅਤੇ ਉੱਥੇ ਵਕੀਲ ਵੀ ਪਹੁੰਚ ਗਿਆ ਜੀ ਉਸ ਏਰੀਏ ਦਾ। ਸੋ ਉਹ ਵੀ ਪਹੁੰਚ ਗਏ ਅਤੇ ਕਾਫੀ ਉੱਥੇ ਮੁਸਲਿਮ ਜੋ ਭਾਈਚਾਰਾ ਆ, ਮੁਸਲਮਾਨ ਭਾਈਚਾਰਾ, ਪਾਕਿਸਤਾਨੀ ਭਾਈਚਾਰਾ ਪਹੁੰਚ ਗਿਆ ਉੱਥੇ ਜੀ ਕਿ ਤੁਸੀਂ ਈਦ ਵਾਲੇ ਦਿਨ ਆਹ ਕੰਮ ਨਹੀਂ ਕਰ ਸਕਦੇ ਜੋ ਹੈਗਾ। ਤੁਸੀਂ ਜੋ ਸਵੇਰ ਨੂੰ ਆ ਕੇ ਜਾਂ ਦਿਨ ਨੂੰ ਆ ਕੇ ਛਾਪੇ ਮਾਰਦੇ ਆ, ਇਹ ਨੋ ਗੁੱਡ ਹੈ। ਜਾਣ ਕੇ ਤੁਸੀਂ ਸਾਨੂੰ ਪ੍ਰਵੋਕ ਕਰਨ ਲਈ ਕੀਤਾ ਹੈਗਾ, ਤਾਂ ਆਪਾਂ ਤੁਹਾਨੂੰ ਅੱਜ ਦੇ ਦਿਨ ਲਈ ਆਹ ਕੰਮ ਨਹੀਂ ਕਰਨ ਦੇਣਾ। ਸੋ
ਇਹ ਜੋ ਹੈਗਾ ਉਹਦੇ ਵਿੱਚ ਕਾਫੀ 8-10 ਘੰਟੇ ਚੱਲਦਾ ਰਿਹਾ ਹੈ ਅਤੇ ਉਹਦੇ ਵਿੱਚ ਬਾਅਦ 'ਚ ਪੁਲਿਸ ਵਾਲਿਆਂ ਨੇ ਫੈਸਲਾ ਕੀਤਾ ਕਿ ਚਲੋ ਇਹ ਬੰਦਿਆਂ ਨੂੰ ਛੱਡ ਦਈਏ। ਮੇਰੇ ਖਿਆਲ ਸੈਨਾ 'ਤੇ ਛੱਡਿਆ ਹੋਊਗਾ, ਪਰ ਇਹਨਾਂ ਨੂੰ ਲੈ ਕੇ ਨਹੀਂ ਜਾਂਦੇ ਅਤੇ ਅੱਜ ਦੀ ਦਿਹਾੜੀ। ਅਤੇ ਉਹਦੇ ਵਿੱਚ ਇੱਕ ਉਹ ਫਿਰ ਮਸਜਿਦ ਨੂੰ ਲੈ ਕੇ ਗਏ ਉਹਨਾਂ ਨੂੰ, ਅਤੇ ਉਹ ਫਿਰ ਰਿਹਾ ਹੋ ਗਏ, ਨਹੀਂ ਤਾਂ ਡਿਟੈਂਸ਼ਨ ਸੈਂਟਰ ਨੂੰ ਲੈ ਕੇ ਜਾਣਾ ਸੀਗਾ। ਹੁਣ ਇਹ ਨਹੀਂ ਪਤਾ ਕਿ ਗਾਹਾਂ ਨੂੰ ਉਹਨਾਂ ਨੂੰ ਫਿਰ ਰੱਖ ਲੂਗੇ ਜਾਂ ਨਹੀਂ। ਉਹਨਾਂ ਇਮੀਗ੍ਰੇਸ਼ਨ ਦਾ ਕੀ ਹੈ, ਤੁਹਾਨੂੰ ਪਤਾ ਹੀ ਹੈ, ਜਦੋਂ ਮਰਜ਼ੀ ਰੱਖ ਸਕਦੇ ਆ। ਬਟ ਇਹਦੇ 'ਚ ਇੱਕ ਤੁਹਾਡੇ 'ਚੋਂ ਸ਼ੋਅ ਕੀਤਾ ਜਾਂਦਾ ਕਿ ਜਦੋਂ ਤੁਸੀਂ ਗੋਰਿਆਂ ਨੂੰ ਗੱਲ ਸਮਝਾਓ ਅਤੇ ਉਹ ਤੁਹਾਡਾ ਸਾਥ ਦੇਣ ਲਈ ਤਿਆਰ ਹੈਗੇ ਆ, ਅਤੇ ਜਦੋਂ ਤੁਸੀਂ ਹੋਰ ਭਾਈਚਾਰਿਆਂ ਨੂੰ ਤੁਸੀਂ ਸਾਥ ਲੈ ਕੇ ਚੱਲੋ ਤਾਂ ਉਹ ਤੁਹਾਡਾ ਸਾਥ ਕਰਨ ਲਈ ਤਿਆਰ ਆ। ਆਪਾਂ ਜੋ ਹੈਗੇ ਆਪਣੇ ਕਮਿਊਨਿਟੀ ਵਿੱਚ ਇੰਨਾ ਹੀ ਵੰਡੇ ਹੋ ਰਹਿੰਦੇ ਆ ਨਾ, ਆਪਾਂ ਸਿਰਫ ਆਪਣਾ ਹੀ ਸੋਚਦੇ ਹਾਂ, ਆਪਣਾ ਵੀ ਨਹੀਂ ਸੋਚਦੇ, ਆਪਾਂ ਇੱਕ ਦੂਜੇ ਨੂੰ ਖਰਾਬ ਕਰਦੇ ਹਾਂ। ਹੁਣ ਉਹ ਮੁੰਡਿਆਂ ਨੂੰ ਬਚਾਇਆ ਕਿਨ ਗੋਰਿਆਂ ਨੇ ਅਤੇ ਪਾਕਿਸਤਾਨੀਆਂ ਨੇ, ਹਾਲੇ ਕਿ ਉਹ ਇੰਡੀਅਨ ਸੀ। ਹੁਣ ਗੱਲ ਹੁਣ ਤੁਹਾਨੂੰ ਲੱਗਣੀ ਤਾਂ ਕੌੜੀ, ਪਰ ਹੈ ਤਾਂ ਸੱਚੀ। ਸ਼ਿਕਾਇਤ ਕਿਹਨੇ ਕੀਤੀ? ਗੋਰੇ ਤਾਂ ਜਾਣਦੇ ਨਹੀਂ ਤੁਹਾਨੂੰ। ਗੋਰਿਆਂ ਨੇ ਤਾਂ ਦੱਸਿਆ ਨਹੀਂ ਕਿ ਸੁੱਚਾ ਸੌਂ ਜੀ ਉੱਥੇ ਬਸ ਕੰਮ ਕਰਦਾ ਸਵੇਰ ਨੂੰ, ਸਨ ਆਫ ਸਰਵਨ ਸਿੰਘ, ਕਿ ਉਹਨੂੰ ਜਾ ਕੇ ਫੜ ਲਓ। ਆਹ ਉਹਦੇ ਮੰਮੀ ਡੈਡੀ ਦਾ ਨਾਂ ਆ, ਆਹ ਉਹਦੇ ਪਾਸਪੋਰਟ ਦੀ ਡਿਟੇਲ ਆ, ਹੈ ਨਾ ਜੀ ਪਾਕਿਸਤਾਨੀਆਂ ਨੇ ਕੀਤੀ ਇੰਡੀਆ ਦੀ ਸ਼ਿਕਾਇਤ। ਉਹਨਾਂ ਨੂੰ ਕੀ ਪਤਾ ਕਿ ਕਿਹਦਾ ਇਨਫੋਰਮੇਸ਼ਨ ਹੈ ਕਿਹਦਾ ਨਹੀਂ। ਸ਼ਿਕਾਇਤਾਂ ਤੁਹਾਨੂੰ ਪਤਾ ਕੌਣ ਕਰਦਾ ਆ? ਸਾਨੂੰ ਤਾਂ ਪਤਾ ਕੌਣ ਕਰਦਾ। ਆਪਾਂ ਤਾਂ ਇਮੀਗ੍ਰੇਸ਼ਨ ਨਾਲ ਰੋਜ਼ ਗੱਲਾਂ ਕਰੀਦੀਆਂ ਪੁਲਿਸ ਵਾਲੇ ਦੀਆਂ, ਸਾਨੂੰ ਤਾਂ ਪਤਾ ਆ ਕਿ ਕੌਣ ਗੱਲਾਂ ਸ਼ਿਕਾਇਤਾਂ ਕਰਦਾ। ਸ਼ਿਕਾਇਤ ਤੁਹਾਡੀ ਕਰਦਾ ਤੁਹਾਡਾ ਨਜ਼ਦੀਕੀ ਰਿਸ਼ਤੇਦਾਰ, ਜਿਹਨੂੰ ਪੂਰੀ ਜਾਣਕਾਰੀ ਹੁੰਦੀ ਆ। ਇਮੀਗ੍ਰੇਸ਼ਨ ਦੇ ਰੇਡ ਹੁੰਦੇ ਕਿੱਦਾਂ, ਤੁਹਾਨੂੰ ਦੱਸ ਦਿੰਦੇ ਕਿੱਦਾਂ ਹੁੰਦੇ ਆ। ਸਾਡੇ ਫਰੈਂਡ ਸਾਰੇ ਇਮੀਗ੍ਰੇਸ਼ਨ ਅਫਸਰ ਲੱਗੇ ਹੋਆ ਇੱਥੇ, ਉਹਨਾਂ ਨੂੰ ਪਤਾ ਆ ਕਿ ਕੀ ਉਹ ਸਾਨੂੰ ਦੱਸਦੇ ਹੁੰਦੇ ਸੀ, ਆਪ ਇੱਦਾਂ ਆਪਣੀ ਰੇਡ ਚੱਲਦੀ, ਇੱਦਾਂ ਨਹੀਂ। ਇਹ ਸਵੇਰ ਨੂੰ ਇਕੱਠੇ ਹੁੰਦੇ ਜੀ 3-4 ਵਜੇ। ਇਹਨਾਂ ਦੀ ਹੁੰਦੀ ਮੀਟਿੰਗ ਰੂਮ 'ਚ, ਇਹਨਾਂ ਦੀ ਹੁੰਦੀ ਪਲਾਨ। ਇਹਨਾਂ ਦਾ ਟੀਮ ਲੀਡਰ ਜੋ ਹੁੰਦਾ ਉਹ ਟੀਮਾਂ ਵੰਡ ਦਿੰਦਾ ਕਿ ਆਹ ਤੁਹਾਡਾ ਟੀਮ ਆ, ਆਹ ਤੁਹਾਡੀ ਟੀਮ ਆ। ਇਹ ਫਿਰ ਪੂਰੀ ਇਨਫੋਰਮੇਸ਼ਨ ਜੋ ਇੰਟੈਲੀਜੈਂਸ ਇਹਨਾਂ ਨੇ ਇਕੱਠੀ ਕੀਤੀ ਹੁੰਦੀ ਲਾ ਦਿੰਦੇ ਹੁੰਦੇ ਬੋਰਡ 'ਤੇ ਕਿ ਆਹ ਬੰਦੇ ਆ ਜੀ ਜਾਂ ਆਹ ਫੈਮਿਲੀ ਆ, ਇਹਨਾਂ ਨੂੰ ਚੱਕਣ ਨਹੀਂ ਆਉਣਾ, ਇੱਥੇ ਕੰਮ 'ਤੇ ਕਰਦੇ ਆ, ਇਹ ਇੱਥੇ ਬੱਚਿਆਂ ਦਾ ਸਕੂਲ ਆ, ਇੱਥੇ ਇਸ ਟਾਈਮਾਂ ਨੂੰ ਇਹ ਹੁੰਦੇ ਆ ਜੀ, ਇੱਥੇ ਫਿਰਦੇ ਆ, ਇਸ ਘਰ 'ਚ ਇੰਨੇ ਬੰਦੇ ਰਹਿੰਦੇ ਆ। ਪੂਰੀ ਇਨਫੋਰਮੇਸ਼ਨ ਨਾਲ ਆਉਂਦੇ ਆ। ਹੁਣ ਜਿਨ੍ਹਾਂ ਦੇ ਨਾਲ ਰੇਡਾਂ ਹੋਈਆਂ ਉਹਨਾਂ ਨੂੰ ਪਤਾ ਆ ਕਿ ਭਾਵੇਂ ਉਹਨੂੰ ਨਹੀਂ ਲੱਭਣ ਆਉਂਦੇ, ਜਦੋਂ ਆਉਂਦੇ ਆ ਪੂਰੀ ਇਨਫੋਰਮੇਸ਼ਨ ਲੈ ਕੇ ਆਉਂਦੇ ਕਿ ਆਹ ਬੰਦਾ ਚਾਹੀਦਾ। ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜਾ ਬੰਦਾ ਲੱਭਣ ਚੱਲੇ ਹੁੰਦੇ ਉਹ ਨਹੀਂ ਹੱਥ ਆਉਂਦਾ, ਨਾਲ ਦੇ ਜਿਹੜੇ ਸੁੱਤੇ ਪਏ ਹੁੰਦੇ ਉਹ ਰਗੜੇ ਜਾਂਦੇ ਆ। ਬਹੁਤੀ ਵਾਰੀ ਇੱਦਾਂ ਹੀ ਹੁੰਦਾ। ਪਰ ਸ਼ਿਕਾਇਤ ਕਿਹਨੇ ਕੀਤੀ ਹੁੰਦੀ ਆ? ਹੁਣ ਜਿਹੜਾ ਬੰਦਾ ਅਣਜਾਣ ਆ, ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਮੈਨੂੰ ਨਹੀਂ ਜਾਣਦਾ, ਆਪਾਂ ਇੱਕ ਦੂਜੇ ਦੀ ਕੀ ਸ਼ਿਕਾਇਤ ਕਰਨੀ ਆ? ਬਟ ਜਿਹੜਾ ਜਾਣਦਾ ਹੈਗਾ ਉਹੀ ਸ਼ਿਕਾਇਤ ਕਰਦਾ ਨਾ। ਸੋ ਆਪਾਂ ਐਜ਼ ਅ ਕਮਿਊਨਿਟੀ ਉੱਦਾਂ ਤਾਂ ਬੜੇ ਆਪਾਂ ਟਿਕਟੋਕ ਪਾਉਂਦੇ ਹਾਂ ਜੀ ਕਿ ਆਪਾਂ ਇਕੱਠੇ ਹਾਂ, ਆਪਾਂ ਸਾਥ ਹਾਂ, ਪਰ ਐਕਚੁਅਲੀ ਇੱਥੇ ਤਾਂ ਦੁਸ਼ਮਣ ਆ ਤੁਸੀਂ ਇੱਕ ਦੂਜੇ ਦੇ। ਉਹ ਸਭ ਤੋਂ ਜ਼ਿਆਦਾ ਕੱਚਿਆਂ ਦੇ ਦੁਸ਼ਮਣ ਆ। ਇੱਕ ਦੂਜੇ ਨੂੰ ਝੱਲ ਨਹੀਂ ਹੁੰਦਾ ਤਾਂ ਇੱਕ ਦੂਜੇ ਦੀ ਸ਼ਿਕਾਇਤਾਂ ਲਾਉਂਦੇ ਆ, ਹੈ ਨਾ। ਜਾਂ ਫਿਰ ਕਿਸੇ ਨੇ ਜਿੰਨ ਮੰਗਾਇਆ ਹੁੰਦਾ ਉਹਦੀ ਅਣਬਣ ਹੋ ਜਾਂਦੀ ਹੈ ਕੱਚੇ ਬੰਦੇ ਨਾਲ, ਉਹ ਸ਼ਿਕਾਇਤ ਲਾ ਦਿੰਦਾ ਕਿ ਜੇ ਆਹੀ ਤੁਸੀਂ ਕੰਮ ਸ਼ਿਕਾਇਤਾਂ ਲਾਉਣੀਆਂ ਤਾਂ ਫਿਰ ਮੰਗਵਾਉਂਦੇ ਕਾਹਨੂੰ ਆ, ਹੈ ਨਾ। ਆਪਾਂ ਹਰ ਚੀਜ਼ 'ਚ ਕੋਈ ਨਾ ਕੋਈ ਐਡਵਾਂਟੇਜ ਚਾਹੁੰਦੇ ਹਾਂ। ਆਪਾਂ ਚਾਹੁੰਦੇ ਕਿ ਜਿਹੜਾ ਇੰਡੀਆ ਤੋਂ ਆਇਆ ਆ ਉਹ ਥੱਲੇ ਰਵੇ, ਹਮੇਸ਼ਾ ਉਹ ਦੱਬ ਕੇ ਰਵੇ, ਸਾਡਾ ਗੁਲਾਮਾਂ ਵਾਂਗਰ ਰਵੇ, ਹੈ ਨਾ। ਜਿਹੜਾ ਇੰਡੀਆ ਤੋਂ ਆਇਆ ਉਹ ਦੇਖਦਾ ਹੁੰਦਾ ਕਿ ਇਹਦੇ ਕੋਲ ਕੱਲ੍ਹ ਹੀ ਪੈਸੇ, ਮੈਂ ਇਹਦੇ ਉੱਤੇ ਇਹਨੂੰ ਜ਼ਿਆਦਾ ਪੈਸੇ ਕਮਾਵਾਂ, ਮੈਂ ਵੀ ਪਿੱਛੇ ਜੋ ਹੈਗਾ ਆਪਣਾ ਵਧਾਵਾਂ। ਹਰ ਬੰਦਾ ਤਰੱਕੀ ਚਾਹੁੰਦਾ ਆ। ਆਪਾਂ ਇੱਕ ਦੂਜੇ ਨਾਲ ਜੈਲਸਾਂ ਕਰਕੇ ਸ਼ਿਕਾਇਤਾਂ ਕਰਦੇ ਹਾਂ। ਕਈ ਕੱਚੇ ਲੋਕ ਗਲਤ ਆ, ਲੋਕਾਂ ਦੀ ਕੁੜੀਆਂ ਕੱਢ ਲੈਂਦੇ ਆ, ਮੁੰਡੇ ਕੱਢ ਲੈਂਦੇ ਆ ਘਰੋਂ, ਉਹਨਾਂ ਨੂੰ ਗਰੂਮ ਕਰਦੇ ਆ। ਤਾਂ ਕਈ ਉਹ ਵਿਆਹ ਨੂੰ ਨਹੀਂ, ਤਾਂ ਕਈ ਆਪਣੇ ਜੋ ਪੱਕੇ ਆ ਉਹ ਗਲਤ ਆ, ਉਹ ਵਿਆਹਾਂ ਨੂੰ ਨਹੀਂ ਮੰਨਦੇ, ਕੱਚਿਆਂ ਨੂੰ ਆਪਣੇ ਬਨੀਤ ਸਮਝਦੇ ਆ। ਉਹਨਾਂ ਦਾ ਤਾਂ ਵਿਚਾਰਿਆਂ ਦਾ ਅਲੱਗ ਕਲਾਸ ਹੀ ਬਣਾ ਦਿੰਦੇ ਆ। ਉਹਨਾਂ ਦੇ ਨਾਂ ਪਾਇਓ ਆ ਕਿ ਕੋਈ ਫੌਜੀ ਆ, ਕੋਈ ਕੁਛ ਆ, ਸਕੂਟਰ ਆ, ਫਲਾਨਾ ਧਮਕੜਾ ਆ। ਆਹ ਨਾਂ ਮੈਂ ਤਾਂ ਨਹੀਂ ਪਾਏ, ਹੈ ਨਾ। ਇਹ ਹਰਜਾਬ ਭੰਗਲ ਨੇ ਇੱਕ ਵਾਰੀ ਉੱਠ ਕੇ ਤਾਂ ਨਹੀਂ ਸੋਚਿਆ ਕਿ ਆਹ ਨਾਂ ਰੱਖੋ ਜੀ ਉਹਨਾਂ ਦੇ। ਇਹ ਤਾਂ ਤੁਸੀਂ ਪਾਏ ਐਜ਼ ਅ ਕਮਿਊਨਿਟੀ ਨੇ, ਸਾਰਿਆਂ ਨੇ, ਕੱਚਿਆਂ ਨੇ ਪਾਏ ਐਕਚੁਅਲੀ ਇੱਕ ਦੂਜੇ ਦੇ ਨਾਂ।
ਸੋ ਆ ਜੋ ਹੈਗੀ ਆ ਸਿਚੁਏਸ਼ਨ ਹੈ ਕਿ ਆਪਾਂ ਇੱਕ ਦੂਜੇ ਦੇ ਦੁਸ਼ਮਣ ਹੈਗੇ ਆ ਕਿਉਂਕਿ ਸਾਡੀਆਂ ਆਪਸ ਵਿੱਚ ਬਣਦੀਆਂ ਨੇ। ਤਾਂ ਇਹ ਤਾਂ ਸ਼ੁਕਰ ਕਰੋ ਕਿ ਕੱਲ ਉਹ ਬੰਦੇ ਸ਼ੁਕਰ ਕਰਨ ਕਿ ਕੱਲ ਉੱਥੇ ਬੰਦੇ ਇਕੱਠੇ ਹੋ ਗਏ। ਇਹ ਦੋ ਤਾਂ ਬਚ ਗਏ, ਪਰ ਜਿਹੜੇ ਪਿਛਲੇ ਹਫਤੇ ਨਹੀਂ ਬਚੇ, ਜਿਹੜੇ ਈਵਨ ਅੱਜ ਨਹੀਂ ਬਚੇ, ਜਿਹੜੇ ਕੱਲ ਨੂੰ ਨਹੀਂ ਬਚਣੇ, ਇਸ ਵੇਲੇ ਜੋ ਸਪੀਡ ਹੈਗੀ ਇਹਨਾਂ ਦੀ, ਇਹ 7 ਇੰਡੀਅਨ ਪੀਪਲਾਂ ਨੂੰ ਭੇਜਦੇ ਰੋਜ਼ ਦੇ ਐਵਰੀ ਡੇ। 7 ਤਾਂ ਡੀਲ ਤਾਂ ਹਲੇ ਪਿਛਲੇ ਹਫਤੇ ਸ਼ੁਰੂ ਹੋਇਆ, ਤਾਂ ਦੇਖ ਲਓ ਤੁਸੀਂ ਇਸ ਹਫਤੇ ਨਿਊਜ਼ ਵੀ ਬਣ ਗਈ। ਤੇ ਇਹਨਾਂ ਦੀ ਪ੍ਰਾਇੋਰਟੀ ਹੁਣ ਇਹ ਆ ਜੀ ਕਿ ਇੰਡੀਅਨ ਬੰਦਿਆਂ ਨੂੰ ਅਸਾਂ ਵਾਪਸ ਘੱਲੀਏ, ਕਿਉਂਕਿ ਉੱਧਰੋਂ ਮੋਦੀ ਜੀ ਨੇ ਕਰ ਦਿੱਤੇ ਸਾਈਨ, ਤਾਂ ਪ੍ਰੀਤੀ ਦੇ ਹੋ ਗਏ ਸਾਈਨ, ਬੋਰਿਸ ਦੇ ਹੋ ਗਏ ਸਾਈਨ, ਜੋ ਹੈਗੇ ਫੋਰਨ ਮਿਨਿਸਟਰ ਜੋ ਸੀਗਾ ਜੋ ਆਇਆ ਲਾਸਟ ਵੀਕ ਇੰਡੀਆ ਵਾਲਾ, ਇਹਨਾਂ ਦੇ ਹੋ ਗਏ ਜੀ, ਜੈ ਸ਼ੰਕਰ ਪਤਾ ਨਹੀਂ ਇਹਨਾਂ ਦਾ ਜੋ ਹੈਗਾ ਇਹਦੇ ਸਾਈਨ ਹੋ ਗਏ। ਅਤੇ ਇਹਨਾਂ ਦਾ ਆਪਸ ਵਿੱਚ ਹੋ ਗਿਆ ਸਮਝੌਤਾ। ਇਹ ਸਮਝੌਤਾ ਹੋਇਆ ਜੀ ਬਿਲੀਅਨ ਪਾਉਂਡ ਦਾ। ਸੋ ਇਹਨਾਂ ਨੂੰ ਬਿਲੀਅਨ ਪਾਉਂਡ ਪਿਆਰਾ ਇਸ ਵੇਲੇ, ਤੁਹਾਡੇ ਨਹੀਂ ਜਾਨਾਂ ਪਿਆਰੀਆਂ। ਤਾਂ ਮੈਨੂੰ ਇੱਕ ਚੀਜ਼ 'ਤੇ ਥੋੜ੍ਹਾ ਜਿਹਾ ਹਾਸਾ ਆਉਂਦਾ ਕਿ ਲੋਕ ਮਿਸਗਾਈਡ ਆਪਣੇ ਲੋਕ ਕਿੱਦਾਂ ਕਰਦੇ ਆ। ਟਿਕਟੋਕ 'ਤੇ ਬਹਿ ਕੇ ਜੀ ਇੱਦਾਂ ਕਹੋਗੇ ਕੋਈ ਗੱਲ ਨਹੀਂ ਜੀ ਫਿਕਰ ਨਾ ਕਰੋ, ਇਹ ਐਵੇਂ ਅਫਵਾਹ ਆ, ਇਹ ਝੂਠੀ ਗੱਲ ਆ, ਆਹ ਅਫਵਾਹ ਆ। ਉਹ ਤੁਸੀਂ ਜਦੋਂ ਉਹ ਗੱਲਾਂ ਸੁਣਦੇ ਆ ਨਾ ਕਿ ਤੁਸੀਂ ਪੋਜ਼ੀਟਿਵ ਰਹੋ, ਨੈਗੇਟਿਵ ਨਾ ਦੇਖੋ, ਕਿ ਆਪਾਂ ਆਪਣੇ ਆਪ ਨੂੰ ਖਤਰੇ 'ਚ ਪਾਉਣਾ ਹੀ ਕਾਹਨੂੰ ਆ, ਹੈ ਨਾ। ਇਹ ਤਾਂ ਉਹ ਗੱਲ ਹੈ, ਕੋਈ ਗੱਲ ਨਹੀਂ ਨਹਿਰ 'ਚ ਡੁਬਕੀ ਮਾਰੋ ਤਾਂ ਕੋਈ ਦੇਖੋਗੇ ਕਿ ਤੁਸੀਂ ਤਰੋਗੇ ਜਾਂ ਨਹੀਂ। ਆਪਾਂ ਨਹਿਰ 'ਚ ਛਾਲ ਮਾਰਨੀ ਕਿਉਂ ਆ। ਜੋ ਇਹ ਸਲਾਹ ਤੁਹਾਨੂੰ ਦੇ ਰਿਹਾ ਨਾ, ਉਹ ਤੁਹਾਡਾ ਦੁਸ਼ਮਣ ਹੈਗਾ ਆ, ਉਹ ਤੁਹਾਨੂੰ ਸਹੀ ਨਹੀਂ ਦੱਸ ਰਿਹਾ। ਉਹਨੂੰ ਇਹ ਜਵਾਬ ਆ ਕਿ ਵੀਰੇ ਜੇ ਕੁਛ ਨਹੀਂ ਹੁੰਦਾ ਨਾ ਤਾਂ ਤੂੰ ਸ਼ਾਮ ਨੂੰ ਅਧੀਆ ਪੀ ਕੇ ਇਮੀਗ੍ਰੇਸ਼ਨ ਦੇ ਦਫ਼ਤਰ ਪਹੁੰਚਿਆ ਬਿਨਾਂ ਪੇਪਰਾਂ 'ਤੇ, ਤਾਂ ਉੱਥੇ ਭੰਗੜਾ ਪਾ ਤਾਂ 4 ਕੱਢ ਗਾਲਾਂ ਉਹਨਾਂ ਨੂੰ, ਤਾਂ ਫਿਰ ਤਾਂ ਆਪਾਂ ਦੇਖਦੇ ਹਾਂ ਕਿ ਤੈਨੂੰ ਕੁਛ ਨਹੀਂ ਹੁੰਦਾ ਜਾਂ ਨਹੀਂ। ਤਾਂ ਉਸ ਵੇਲੇ ਵੀ ਟਿਕਟੋਕ ਬਣਾਈ ਮੇਰਾ ਵੀਰ। ਇਹ ਲੋਕ ਤੁਹਾਡੇ ਇੱਕ ਦੂਜੇ ਦੇ ਦੁਸ਼ਮਣ ਆ, ਤੁਹਾਨੂੰ ਵਧਾ ਚੜਾ ਕੇ ਨਾ ਗੱਲਾਂ ਕਰਦੇ ਤਾਂ ਕਿ ਤੁਸੀਂ ਤੁਹਾਡੇ 'ਚ ਗਲਤ ਹੋਪ ਪਵੇ ਅਤੇ ਤੁਸੀਂ ਗਲਤੀ ਕਰੋ ਤਾਂ ਤੁਹਾਡਾ ਟੱਬਰ ਹੋਵੇ ਤਬਾਹ। ਇਹ ਜੋ ਵਕਤ ਹੈਗਾ ਆ ਇਸ ਵੇਲੇ ਬਚਣ ਦਾ ਆ, ਸੀਨੇ ਚੌੜੇ ਕਰਕੇ ਇਲਤਾਂ ਕਰਨ ਦਾ ਨਹੀਂ, ਮੱਗੇ ਕੱਢਣ ਦਾ ਨਹੀਂ, ਬੇਫਿਕਰੇ ਹੋ ਕੇ ਫਿਰਨ ਦਾ ਨਹੀਂ। ਇਹ ਟਾਈਮ ਜੇ ਆਪਾਂ ਕੋਈ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਆਪਾਂ ਕੋਈ ਹਵਾ 'ਚੋਂ ਗੱਲ ਕਰ ਰਹੇ ਹਾਂ। ਤੁਹਾਨੂੰ ਮੈਂ ਪਿਛਲੇ ਹਫਤੇ ਪੂਰੀ ਐਗਰੀਮੈਂਟ ਦੀ ਕਾਪੀ ਦਿਖਾ ਲਈ ਜੋ ਕਿ ਹੋਮ ਆਫਿਸ ਦੀ ਵੈਬਸਾਈਟ 'ਤੇ ਆ, ਤੁਸੀਂ ਪੜ੍ਹ ਵੀ ਲਈ ਹੋਣੀ। ਹੁਣ ਉਹ ਸਾਰੀਆਂ ਗੱਲਾਂ ਤਾਂ ਉਹਦੇ 'ਚ ਕਲੀਅਰ ਰੱਖੀਆਂ। ਇੱਕ ਇੱਕ ਗੱਲ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ, ਉਹ ਸਾਰਾ ਸੱਚ ਆ, ਹੈ ਨਾ। ਉਹਦੇ 'ਚ ਸਾਰਾ ਲਿਖਿਆ ਆ, ਤੁਸੀਂ ਦੇਖਿਆ ਤਾਂ ਹੈਗਾ ਆ। ਸੋ ਆਪਾਂ ਜਿਹੜੀ ਅੱਖੀ ਦੇਖੀ ਚੀਜ਼ ਆ ਉਹਨੂੰ ਨਜ਼ਰਅੰਦਾਜ਼ ਨਾ ਕਰੀਏ, ਉਹਨੂੰ ਇਹ ਨਾ ਕਰੀਏ ਨਹੀਂ ਇਹ ਤਾਂ ਹੈ ਹੀ ਨਹੀਂ, ਤਾਂ ਫਲਾਨਾ ਕਹਿੰਦਾ, ਪਾਲਾ ਕਹਿੰਦਾ, ਬਹੁਤ ਵਧੀਆ ਵੀਡੀਓ ਬਣਾਈ ਹੁਣ ਕਿ ਪਾਲਾ ਲੱਗਾ ਹੈਗਾ ਜੱਜ ਜਾਂ ਮੈਜਿਸਟਰੇਟ ਜਾਂ ਹੋਮ ਆਫਿਸ ਮਿਨਿਸਟਰ, ਕਿ ਜਿਨ੍ਹਾਂ ਨੇ ਜਿਹੜੇ ਪ੍ਰਧਾਨ ਮੰਤਰੀ ਲੱਗੇ ਹੋ, ਹੋਮ ਆਫਿਸ ਦੇ ਮਿਨਿਸਟਰ ਲੱਗੇ ਹੋ, ਇੰਡੀਆ ਦਾ ਪ੍ਰਧਾਨ ਮੰਤਰੀ, ਇੰਡੀਆ ਦਾ ਫੋਰਨ ਮਿਨਿਸਟਰ, ਉਹਨਾਂ ਦੇ ਤਾਂ ਸਾਈਨ ਹੋਏ ਹੋ ਕਾਗਜ਼ਾਂ ਦੇ, ਉਹਨਾਂ ਦੇ ਆਪਸ ਵਿੱਚ ਐਗਰੀਮੈਂਟ ਵੀ ਹੋਈ ਆ, ਸਾਰੇ ਅਖਬਾਰਾਂ ਵਿੱਚ ਵੀ ਆਈ, ਤੁਹਾਨੂੰ ਪਤਾ ਗੱਲ ਹੈ। ਸੋ ਇਸ ਵੇਲੇ ਆਪਾਂ ਬਚਣ ਦਾ ਟਾਈਮ ਆ। ਜੇ ਤੁਸੀਂ ਕੱਚੇ ਆ, ਇੱਕ ਦੂਜੇ ਦੀ ਸ਼ਿਕਾਇਤਾਂ ਲਾਉਣ ਦਾ ਟਾਈਮ ਹੈ ਨਹੀਂ। ਨਾ ਇਹ ਹੈਗਾ ਕਿ ਜੀ ਆਪਣੇ ਤੁਸੀਂ ਡਿਟੇਲ ਇਮੀਗ੍ਰੇਸ਼ਨ ਨੂੰ 2 ਹਫ਼ਤਿਆਂ ਬਾਅਦ ਅਪਲਾਈ ਕਰਕੇ ਦਿਓ। ਅਗਲੇ ਤਾਂ ਚਾਹੁੰਦੇ ਆ, ਇਨਫੋਰਮੇਸ਼ਨ ਤਾਂ ਇੱਥੋਂ ਇਕੱਠਾ ਹੁੰਦਾ। ਜਦੋਂ ਤੁਸੀਂ ਅਪਲਾਈ ਕਰਦੇ ਆ ਨਾ, ਇਹ ਕੇਸ ਜਿਹੜੇ ਬਣਦੇ ਨਹੀਂ ਉਹਦੇ 'ਚ ਤੁਸੀਂ ਸਾਰਾ ਇਨਫੋਰਮੇਸ਼ਨ ਦੇ ਦਿੰਦੇ ਇਮੀਗ੍ਰੇਸ਼ਨ ਨੂੰ ਜੋ ਉਹਨਾਂ ਨੂੰ ਚਾਹੀਦਾ ਫੜਨ ਲਈ। ਤੁਹਾਡੇ ਡਾਕਟਰ ਕਿੱਥੇ ਆ, ਤੁਸੀਂ ਕੰਮ ਕਿੱਥੇ ਕਰਦੇ ਆ, ਤੁਹਾਡੇ ਬੱਚੇ ਸਕੂਲ ਕਿੱਥੇ ਜਾਂਦੇ ਆ, ਤੁਹਾਡਾ ਐਡਰੈਸ ਕਿੱਥੇ ਆ, ਤੁਹਾਡੇ ਪਿਛਲੇ 3 ਸਾਲ ਦੇ ਐਡਰੈਸ ਕਿੱਥੇ ਰਹੇ ਆ, ਤੁਹਾਡੇ ਡੈਡੀ ਦਾ ਨਾਂ ਕੀ ਆ, ਤੁਹਾਡੇ ਮੰਮੀ ਦਾ ਨਾਂ ਕੀ ਆ, ਤੁਹਾਡਾ ਪਿੰਡ ਕੀ ਆ, ਸਾਰਾ ਦੱਸ ਦਿੰਦੇ ਨਾ। ਇਹੀ ਚੀਜ਼ਾਂ ਤਾਂ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ ਫੜਨ ਨੂੰ। ਜਿਹੜਾ ਬੰਦਾ ਸਿੱਧਾ ਓਵਰਸਟੇ ਹੋਇਆ ਹੁੰਦਾ, ਇਮੀਗ੍ਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਕਿ ਤੁਸੀਂ ਰਹਿ ਰਹੇ ਇੱਥੇ। ਉਹਨੂੰ ਤੁਸੀਂ ਆਪ ਦੱਸਦੇ ਆ ਜਦੋਂ ਕੇਸ ਲਾਉਂਦੇ ਆ, ਨਾਲੇ ਪੈਸੇ ਦਿੰਦੇ ਆ ਕਿ ਆਹ ਲਓ ਜੀ, ਹੈਲੋ। ਇਹ ਤਾਂ ਉਹ ਗੱਲ ਹੋ ਗਈ ਕਿ ਜੀ ਫਾਂਸੀ ਤੁਸੀਂ ਆਪ ਨੂੰ ਲਾਉਣੀ ਆ ਤਾਂ ਤੁਸੀਂ ਫੰਦਾ ਬਣਾ ਕੇ ਲੈ ਕੇ, ਉਹ ਵੀ ਨਾਲ ਲੈ ਕੇ ਜਾਂਦੇ ਇਮੀਗ੍ਰੇਸ਼ਨ ਕਿ ਆਹ ਲਓ ਜੀ, ਤੁਹਾਨੂੰ ਤਕਲੀਫ ਨਾ ਹੋਵੇ ਕਿ ਤੁਹਾਨੂੰ ਫਾਂਸੀ ਆਪਾਂ ਸਾਨੂੰ ਚਾੜ ਦਿਓ, ਆਹ ਲਓ। ਆਪਾਂ ਕਿਹਾ ਨਿਕਾਹ ਨੂੰ ਤੁਸੀਂ ਰੱਸੀ ਬੰਨ੍ਹਣੀ ਆ, ਆਪਾਂ ਪਹਿਲਾਂ ਹੀ ਆਪਣਾ ਨਾਪ ਕਰਕੇ ਬੰਨ੍ਹ ਕੇ ਲੈ ਕੇ ਆਏ ਆ, ਹੈ ਨਾ। ਉਹ ਇਹ ਕੰਮ ਨਾ ਕਰੀਏ ਜੇ ਤੁਸੀਂ ਬਚਣਾ। ਸੋ ਦਿਸ ਇਜ਼ ਅ ਟਾਈਮ ਟੂ ਬਚਾ ਆਪਣੇ ਆਪ ਨੂੰ।
ਜੋ ਹੈਗਾ ਇਹ ਫੈਕਟ ਆ। ਮੈਂ ਹਮੇਸ਼ਾ ਤੁਹਾਨੂੰ ਇੱਕ ਚੀਜ਼ ਕਹਿਣਾ, ਭਾਵੇਂ ਮੇਰੀ ਗੱਲ ਤੁਸੀਂ ਸੁਣੋ ਨਾ ਸੁਣੋ, ਚੰਗੀ ਲੱਗਦੀ ਨਾ ਲੱਗਦੀ, ਪਰ ਫੈਕਟ ਆਪਣੇ ਆਪ ਨੂੰ ਤੁਸੀਂ ਰਿਸਰਚ ਕਰੋ। ਹਰ ਸਵਾਲ ਦਾ ਜਵਾਬ ਹੁੰਦਾ ਐਜੂਕੇਸ਼ਨ। ਐਜੂਕੇਸ਼ਨ ਤੁਸੀਂ ਤਾਂ ਕਰੋਗੇ ਜੇ ਤੁਸੀਂ ਰਿਸਰਚ ਕਰੋਗੇ। ਰਿਸਰਚ ਕਰਨ ਲਈ ਸਾਰਾ ਕੁਝ ਕਿਤਾਬਾਂ 'ਚ ਪਿਆ ਅਤੇ ਇੰਟਰਨੈਟ 'ਤੇ ਪਿਆ ਹੈ ਨਾ, ਉਹਦੇ ਵਿੱਚ ਤੁਸੀਂ ਦੇਖੋ, ਇਹ ਸਾਰਾ ਰਿਸਰਚ ਕਰੋ ਤਾਂ ਉਹਨੂੰ ਨਜ਼ਰਅੰਦਾਜ਼ ਨਾ ਕਰੋ, ਤੁਹਾਨੂੰ ਤੁਸੀਂ ਡਾਈਜੈਸਟ ਕਰੋ। ਮੈਂ ਵੀ ਤੁਹਾਨੂੰ ਜੋ ਪੜ੍ਹ ਕੇ ਰਿਸਰਚ ਕਰਕੇ ਹੀ ਗੱਲਾਂ ਦੱਸਦਾ। ਮੇਰੇ ਕੋਲ ਕੋਈ ਜੇਬ 'ਚ ਵੀਜ਼ੇ ਨਹੀਂ ਪਏ ਜਾਂ ਜਾਦੂ ਦੀ ਛੜੀ ਨਹੀਂ ਕਿ ਮੈਨੂੰ ਸੁਪਨਾ ਆਉਂਦਾ ਜਾਂ ਮੈਨੂੰ ਬੋਰਿਸ ਜੌਨਸਨ ਦਾ ਫੋਨ ਆਉਣਾ ਅੱਧੀ ਰਾਤ ਨੂੰ ਕਹਿ ਰਿਹਾ ਆਪ ਦੱਸ ਨਹੀਂ ਫਰਾਈਡੇ ਨੂੰ ਇਹ ਗੱਲ ਇਹਨਾਂ ਨੂੰ, ਨਾ ਕਿਸੇ ਹੋਰ ਨੂੰ ਦੱਸ ਦਿਓ। ਆਪਾਂ ਨੂੰ ਅਪ ਟੂ ਡੇਟ ਰਹਿੰਦੇ ਹਾਂ ਕਿਉਂਕਿ ਕਾਨੂੰਨ ਹਰ ਦਿਨ ਬਦਲਦੇ ਆ ਅਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਣ ਡਿਓ ਆ ਜੀ। ਇਹ ਪ੍ਰੋਗਰਾਮ ਦਾ ਮਤਲਬ ਇਹੀ ਹੈ ਤਾਂ ਕਿ ਤੁਹਾਨੂੰ 1 ਘੰਟੇ ਦੇ ਵਿੱਚ ਪੂਰਾ ਆਪਾਂ ਇਨਫੋਰਮੇਸ਼ਨ ਦਈਏ। ਹੋਰ ਵਕੀਲ ਇੰਨਾ ਇਨਫੋਰਮੇਸ਼ਨ ਨਹੀਂ ਦਿੰਦਾ ਤੁਹਾਨੂੰ, ਕਿਸੇ ਵੀ ਪ੍ਰੋਗਰਾਮ 'ਤੇ ਦੇਖ ਲਓ। ਉਹ ਇਹੀ ਕਹਿੰਦੇ ਜੀ ਦਫ਼ਤਰ ਆ ਜਾਓ, ਦਫ਼ਤਰ ਆ ਜਾਓ, ਦਫ਼ਤਰ ਆ ਜਾਓ, ਦਫ਼ਤਰ ਆ ਜਾਓ, ਇਹੀ ਕਹਿੰਦੇ। ਰਜਿਸਟਰ ਕਰੋ ਜੀ ਸਾਡੇ ਨਾਲ, ਰਜਿਸਟਰ ਕਰੋ। ਕਿ ਪਹਿਲਾਂ ਦੱਸੋ ਤਾਂ ਸਹੀ ਕਿ ਗੱਲ ਕੀ ਆ, ਸਮਝਾਓ ਤਾਂ ਸਹੀ, ਫਿਰ ਅਗਲਾ ਫੈਸਲਾ ਬਣਾਉਂਦਾ। ਪਰ ਆਪਾਂ ਇੰਨਾ ਅੰਧ ਵਿਸ਼ਵਾਸ, ਅੰਧ ਭਗਤੀ ਦੇ ਵਿੱਚ ਚੱਲ ਜਾਂਦੇ ਹਾਂ ਕਿ ਆਪਾਂ ਲੋਕਾਂ ਨੂੰ, ਸਰਕਾਰਾਂ ਨੂੰ ਕਹਿੰਦੇ ਆ ਨਾ ਕਿ ਮੋਦੀ ਦੇ ਜੀ ਫੋਲੋਅਰ ਹੈਗੇ ਅੰਧ ਭਗਤ ਹੈਗੇ ਆ, ਉਹ ਕੁਛ ਨਹੀਂ ਦੇਖਦੇ, ਉਹ ਸੱਚਾਈ ਨਹੀਂ ਦੇਖਦੇ, ਜੋ ਮਰਜ਼ੀ ਕਹੀ ਜਾਓ, ਉਹ ਬਸ ਆਪਣਾ ਵਿਸ਼ਵਾਸ ਕਰਦੇ। ਤਾਂ ਆਪਾਂ ਘੱਟ ਆ। ਤੁਹਾਨੂੰ ਕੋਈ ਵਕੀਲ ਕੁਛ ਵੀ ਕਹਿ ਦੇਵੇ ਤੁਸੀਂ ਉਹਦੇ ਮਗਰ ਫਿਰ ਦਿੰਦੇ ਆ ਇੱਦਾਂ ਕਰਕੇ। ਸੁਦਾ ਹੀ ਝੂਠ ਕਹਿੰਦੇ ਆ ਸਿਰਫ ਫਸਾਉਣ ਲਈ, ਉਹ ਤੁਸੀਂ ਫਸ ਜਾਂਦੇ ਆ। ਬਿਨਾਂ ਕੁਛ ਰਿਸਰਚ ਕੀਤਾ, ਬਿਨਾਂ ਕੁਛ ਦੇਖੇ, ਜਿਹੜਾ ਸਹੀ ਕਾਨੂੰਨ ਉੱਥੇ ਲਿਖਿਆ ਹੁੰਦਾ ਨਾ ਉਹਨੂੰ ਤੁਸੀਂ ਨਜ਼ਰਅੰਦਾਜ਼ ਕਰ ਦਿੰਦੇ ਆ। ਯੂ ਆਰ ਜਸਟ ਐਜ਼ ਬੈਡ। ਆਪਾਂ ਜਸਟ ਐਜ਼ ਬੈਡ ਆ। ਸੋ ਦੈਟਸ ਯੂ've got to get that out of your system। ਤੁਸੀਂ ਕਿਸੇ ਨੂੰ ਨਹੀਂ ਕ੍ਰਿਟਿਸਾਈਜ਼ ਕਰ ਸਕਦੇ ਜੇ ਤੁਹਾਡੇ 'ਚ ਵੀ ਉਹੀ ਐਬ ਆ, ਹੈ ਨਾ। ਚੋਰ ਨੂੰ ਚੋਰ ਕਹਿੰਦਾ ਜਾਂ ਅਨਪੜ੍ਹ ਨੂੰ ਅਨਪੜ੍ਹ ਕਹਿੰਦਾ। ਦਿਸ ਦਾ ਆਇਰਨੀ ਆਫ ਇਹ ਜੋ ਹੈਗਾ ਸਾਡਾ ਕਲਚਰ ਹੈਗਾ ਆ ਕਿ ਸੱਚ ਸੁਣ ਕੇ ਲੋਕ ਖੁਸ਼ ਨਹੀਂ ਕਿਉਂਕਿ ਉਹਦੇ ਕੰਨਾਂ ਨੂੰ ਵਧੀਆ ਨਹੀਂ ਲੱਗਦਾ। ਝੂਠ ਕੰਨਾਂ ਨੂੰ ਵਧੀਆ ਲੱਗਦਾ, ਉਹ ਸੁਣਦੇ ਆ ਪਰ ਉਹ 'ਚ ਸੱਚ ਨਹੀਂ ਹੁੰਦਾ। ਸੋ ਉਹਦਾ ਅੰਤ ਬੁਰਾ ਹੁੰਦਾ, ਉਹਦਾ ਨੁਕਸਾਨ ਹੁੰਦਾ ਐਕਚੁਅਲੀ। ਸੋ ਆਹ ਰਿਐਲਿਟੀ ਆ ਜੀ ਜੋ ਹੈਗੀ ਆ। ਇਹ ਬਚਣ ਦਾ ਟਾਈਮ ਆ। ਤੁਹਾਨੂੰ ਪਤਾ ਕਿ ਡੀਲ ਸਾਈਨ ਹੋ ਗਿਆ, ਤੁਹਾਡੇ ਸਾਹਮਣੇ ਡੀਲ ਪਿਆ ਹੈ ਜੀ, 18 ਪੇਜ ਦਾ ਡੀਲ ਆ, ਪੜ੍ਹ ਲਓ। ਤਾਂ ਇਹ ਜੋ ਤੁਹਾਨੂੰ ਪਤਾ ਕਿ ਇਹਨਾਂ ਨੇ ਰੈਂਪ ਅਪ ਕਰਨਾ ਹੈ ਇੰਡੀਅਨਾਂ ਦੇ ਖਿਲਾਫ। ਤਾਂ ਇਹਦੇ 'ਚ ਕੋਈ ਇੰਗਲੈਂਡ ਦਾ ਕਾਨੂੰਨ ਜਾਂ ਹੈ ਨਹੀਂ ਇਹਦੇ ਵਿੱਚ ਕਿ ਤੁਸੀਂ ਚੈਲੰਜ ਕਰੋ ਇਹਨੂੰ। ਡਿਪੋਰਟ ਦਾ ਕਾਨੂੰਨ ਆ ਜੋ ਐਕਚੁਅਲੀ ਬਾਕੀ ਕੰਟਰੀਆਂ ਦੇ ਨਾਲ ਟਫ ਸੀਗਾ ਤਾਂ ਇੰਡੀਆ ਦੇ ਨਾਲ ਰਿਲੈਕਸਡ ਸੀਗਾ। ਤਾਂ ਹੁਣ ਸਾਵੇਂ 'ਤੇ ਆ ਗਿਆ, ਮੇਲ 'ਤੇ। ਸੋ ਜੇ ਚੈਲੰਜ ਹੁੰਦਾ ਤਾਂ ਕੱਲ੍ਹ ਇੰਨੇ ਲੋਕ ਖੱਪ ਨਹੀਂ ਪਾਉਂਦੇ ਉੱਥੇ, ਇੰਨੇ ਲੋਕਾਂ ਨੇ ਪ੍ਰੋਟੈਸਟ ਨਹੀਂ ਕਰਨਾ ਸੀਗਾ। ਉਹਨਾਂ ਨੂੰ ਪਤਾ ਕਿ ਆਹ ਰੋਕਣ ਦਾ ਆਹੀ ਤਰੀਕਾ ਸੀ। ਤਾਂ ਉਹ ਤਾਂ ਜਿੱਦਾਂ ਮੈਂ ਕਿਹਾ ਸ਼ੁਕਰ ਕਰੋ ਕਿ ਉਹ 2 ਤੋਂ ਬਚ ਗਏ, ਪਰ ਕਿੰਨੇ ਲੋਕ ਹੈ ਜਿਨ੍ਹਾਂ ਨੇ ਨਹੀਂ ਬਚਣਾ ਜਾਂ ਨਹੀਂ ਬਚੇ। ਕੇਅਰਫੁਲ ਰਹੋ ਐਂਡ ਇਫ ਯੂ ਵਾਂਟ ਟੂ ਸਟੇ ਹੇਅਰ, ਅਦਰਵਾਈਜ਼ ਪਿੰਡ ਤਾਂ ਹੈਗਾ ਹੀ ਆ। ਉਹ ਜੇ ਮੈਂ ਪਹਿਲਾਂ ਹੀ ਕਿਹਾ ਸੀ ਸ਼ੋਅ 'ਤੇ, ਉੱਦਾਂ ਦਾ ਹੀ ਹੈ ਜਿੱਦਾਂ ਦਾ ਛੱਡ ਕੇ ਆਏ ਸੀ। ਚਲੋ ਹੁਣ ਆਪਾਂ ਜਾਂਦੇ ਬ੍ਰੇਕ ਵੱਲ। ਬ੍ਰੇਕ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੋ ਨਵੀਂ ਸਕੀਮ ਜੋ ਹੈਗੀ ਯੰਗ ਪ੍ਰੋਫੈਸ਼ਨਲ ਸਕੀਮ ਜੋ ਇਹਨਾਂ ਨੇ ਲਾਂਚ ਕਰਨੀ ਹੈਗੀ, ਹਲੇ ਖੁੱਲ੍ਹੀ ਨਹੀਂ, ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ। ਆਲਸੋ ਜੋ ਹੈਗਾ ਗ੍ਰੈਜੂਏਟ ਸਕੀਮ ਜੋ ਹੈਗੀ ਹੈ ਜਿਹਨੂੰ ਆਪਾਂ PSW ਵੀ ਕਹਿ ਦਿੰਦਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਇਹ ਗੱਲਾਂ ਸਾਰੇ ਆਪਾਂ ਗੱਲਾਂ ਕਰਾਂਗੇ ਬ੍ਰੇਕ ਤੋਂ ਬਾਅਦ। Family back home who want to migrate abroad safely and correctly? Then consider a business visa for Portugal, leading to EU residency from as little as €20,000 investment. GLS Solicitors is led by award-winning solicitor Harjap Singh Bungal. GLS Solicitors, when the experts need an expert.
From 2021, are you going to be employing non-British nationals in your business? Make sure you comply with the immigration requirements and don't get hit with a hefty fine. GLS Solicitors is led by award-winning solicitor Harjap Singh Bungal. GLS Solicitors, when the experts need an expert. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਦ ਸ਼ੋ। ਹੁਣ ਆਪਾਂ ਗੱਲ ਕਰਾਂਗੇ ਜੀ ਡੀਲ ਵਿੱਚ ਜੋ ਹੋਰ ਇੱਕ ਅਨਾਉਂਸਮੈਂਟ ਹੋਈ ਆ, ਉਹ ਹੈਗੀ ਯੰਗ ਪ੍ਰੋਫੈਸ਼ਨਲ ਸਕੀਮ। ਸੋ ਉਹਦੇ ਵਿੱਚ ਜੀ ਆ ਪੈਰਾਗ੍ਰਾਫ 4 ਆ, ਜਿਹਦੇ ਵਿੱਚ ਲਿਖਿਆ ਜਾਂਦਾ 5 ਦੇ ਵਿੱਚ ਉਹਦੇ ਵਿੱਚ ਲਿਖਿਆ ਗਿਆ ਕਿ ਜੀ ਯੰਗ ਪ੍ਰੋਫੈਸ਼ਨਲ ਸਕੀਮ ਕੀ ਹੈਗੀ ਆ। ਇਹਦੇ 'ਚ ਬਹੁਤ ਲੋਕਾਂ ਨੇ ਹੁਣ ਐਡ ਦਿੱਤੇ ਹੋਏ ਆ ਜੀ ਕਿ ਇਹ WHM ਸਕੀਮ ਆ ਜੋ ਕਿ ਵਾਪਸ ਆ ਰਹੀ ਆ। ਐਕਚੁਅਲੀ WHM ਸਕੀਮ ਜੋ ਹੈਗੀ ਆ ਉਹ ਨੋ ਲੋਂਗਰ ਹੈਗੀ ਆ, ਉਹਦਾ ਨਾਂ ਰੱਖਿਆ ਇਹਨਾਂ ਨੇ YMS ਯੂਥ ਮੋਬਿਲਿਟੀ ਸਕੀਮ। ਉਹ ਕੁਛ ਹੀ ਮੁਲਕਾਂ ਲਈ ਓਪਨ ਹੈਗੀ ਆ ਇਸ ਵੇਲੇ, ਜਿਨ੍ਹਾਂ ਵਿੱਚ ਆਸਟ੍ਰੇਲੀਆ ਵੀ ਆ, ਕੈਨੇਡਾ ਵੀ ਆ, ਜਾਪਾਨ ਵੀ ਆ। ਇਹ ਜੋ ਹੈਗੀ ਆ ਇੰਡੀਆ ਲਈ ਓਪਨ ਕੀਤੀ, ਇਹ YMS ਨਹੀਂ ਓਪਨ ਕੀਤੀ, ਇਹ ਓਪਨ ਕੀਤੀ ਆ ਜੀ ਨਵੀਂ ਸਕੀਮ ਬਣਾਈ ਆ YPS, ਜਿਹਨੂੰ ਯੰਗ ਪ੍ਰੋਫੈਸ਼ਨਲ ਸਕੀਮ ਹੈਗੀ ਆ। ਅਤੇ ਇਹਦੇ ਵਿੱਚ ਅਤੇ WHM ਵਿੱਚ ਬਹੁਤ ਫਰਕ ਆ। WHM ਸਕੀਮ ਜੋ ਸੀਗੀ ਉਹ ਜੀ ਉਹਦੇ ਵਿੱਚ ਜੋ ਸੀਗੇ ਆ ਤੁਹਾਨੂੰ ਪੜ੍ਹਾਈ ਦੀ ਕੋਈ ਲੋੜ ਨਹੀਂ ਹੁੰਦੀ ਸੀ। 8ਵੀਂ ਵਾਲਿਆਂ ਦੇ ਵੀ WHM ਵੀਜ਼ੇ ਲੱਗੇ ਆ, 10ਵੀਂ ਵਾਲਿਆਂ ਦੇ ਵੀ, +2 ਵਾਲਿਆਂ ਦੇ ਤਾਂ ਬਹੁਤ ਲੱਗੇ ਆ, ਰਾਈਟ। ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਜੀ ਕਿ ਡਿਗਰੀ ਚਾਹੀਦੀ ਆ 3 ਸਾਲ ਦੀ ਘੱਟੋ ਘੱਟ ਤੁਹਾਨੂੰ। ਪਹਿਲੀ ਤਾਂ ਗੱਲ ਆਹ ਲਾਤੀ। ਦੂਏ ਵਿੱਚ ਜੋ ਹੈਗੀ ਆ ਇੱਕ WHM ਵਿੱਚ, ਉਹਦੇ ਵਿੱਚ ਕੋਈ ਲੈਂਗੁਏਜ ਰਿਕੁਆਇਰਮੈਂਟ ਨਹੀਂ ਸੀਗੀ। ਲੋਕ ਤਾਂ ਆਪਣੇ ਇੰਟਰਵਿਊ ਅਤੇ ਪੰਜਾਬੀ 'ਚ ਦੇ ਕੇ ਆਏ ਉੱਥੇ। ਸੋ ਇਹਦੇ ਵਿੱਚ ਜੀ ਇਹਨਾਂ ਨੇ ਕਿਹਾ ਕਿ ਜੀ ਲੈਂਗੁਏਜ ਦੀ ਰਿਕੁਆਇਰਮੈਂਟ ਵੀ ਹੋਊਗੀ ਕਿ ਤੁਸੀਂ ਇੰਗਲਿਸ਼ ਵਿੱਚ ਕਮਿਊਨੀਕੇਟ ਕਰ ਸਕਦੇ ਆ। ਸੋ ਆਹ ਵੀ ਜੀ ਇਹਦੇ ਵਿੱਚ ਬਹੁਤ ਫਰਕ ਆ। WHM ਦੇ ਵਿੱਚ ਜੀ ਇਹਦੇ ਵਿੱਚ ਸੀਗਾ ਕਿ ਤੁਸੀਂ ਡਿਪੈਂਡੈਂਟ ਲਿਆ ਸਕਦੇ ਸੀ ਆਪਣੇ ਨਾਲ, ਔਰ ਕਪਲਸ ਆਏ ਆ। ਇਹਦੇ ਵਿੱਚ ਹੀ ਕੋਈ ਡਿਪੈਂਡੈਂਟ ਤੁਸੀਂ ਲਿਆ ਨਹੀਂ ਸਕਦੇ ਜੋ ਹੈਗਾ ਆ। ਸੋ ਆਹ ਇਹਦੇ ਵਿੱਚ ਇਹਨਾਂ ਨੇ ਜੋ ਹੈਗੀ ਆ ਸ਼ਰਤ ਰੱਖੀ ਆ। ਆਲਸੋ ਜੋ ਮੇਨ ਗੱਲ ਆ, WHM ਵਿੱਚ ਜੇ ਵੀਜ਼ਾ ਰਿਫਿਊਜ਼ ਹੋ ਜਾਂਦਾ ਸੀ, ਅਪੀਲ ਦਾ ਹੱਕ ਹੁੰਦਾ ਸੀ, ਔਰ ਜ਼ਿਆਦਾ ਤੋਂ ਜ਼ਿਆਦਾ ਵੀਜ਼ੇ ਖਾਸ ਤੌਰ 'ਤੇ ਪੰਜਾਬ ਤੋਂ ਅਪੀਲ ਥਰੂ ਹੀ ਲੱਗੇ ਆ। ਸਿੱਧੇ ਤਾਂ ਕੋਈ ਬਿਰਲੇ ਭਾਗਾਂ ਵਾਲੇ ਤਾਂ ਲੱਗਾ ਆ, ਨਹੀਂ ਤਾਂ ਜੇ ਰਿਫਿਊਜ਼ ਹੀ ਕੀਤੇ ਅਪੀਲ ਥਰੂ ਕੀਤੀ ਆ। ਇਹਦੇ ਵਿੱਚ ਕੋਈ ਅਪੀਲ ਦਾ ਹੱਕ ਨਹੀਂ। ਸੋ ਇਹਦੇ ਵਿੱਚ ਜੇ ਤੁਹਾਨੂੰ ਨਾ ਹੋ ਗਈ ਨਾ ਹੋ ਗਈ, ਓਕੇ। ਹੋਰ ਜੀ WHM ਦੇ ਵਿੱਚ ਲਿਮਿਟ ਨਹੀਂ ਸੀ ਕਿ ਆਪਾਂ ਕਿੰਨੇ ਲੋਕਾਂ ਨੂੰ ਵੀਜ਼ੇ ਦੇਣੇ, ਕਿੰਨੇ ਨਹੀਂ। ਇਹਦੇ 'ਚ ਇਹਨਾਂ ਨੇ ਇਨੀਸ਼ੀਅਲੀ 3000 ਜੋ ਹੈਗਾ ਲਿਮਿਟ ਕੀਤਾ ਆਲ ਇੰਡੀਆ ਦਾ ਆ। ਇਹ ਨਹੀਂ ਕਿ ਇਕੱਲਾ 3000 ਪੰਜਾਬ ਦਾ ਕੀਤਾ, ਜਿੱਦਾਂ ਲੋਕ ਐਡ ਦਿੰਦੇ ਆ। ਲੋਕਾਂ ਨੇ ਤਾਂ ਐਡ ਦਿੱਤੀ ਕਿ ਤੁਸੀਂ ਰਜਿਸਟਰ ਕਰ ਲਓ ਜੀ, ਖੋਲ੍ਹ ਦਿੱਤੀ ਆ ਕਿ 3000 ਪੂਰੇ ਇੰਡੀਆ ਦਾ ਦਿੱਤਾ ਆ ਇਹਦੇ ਵਿੱਚ। ਸੋ ਇਹ ਕੀ ਸਕੀਮ ਆ, ਇਹ ਕਾਹਦੇ ਲਈ ਖੋਲ੍ਹੀ ਆ, ਇਹਦਾ ਮਤਲਬ ਤੁਹਾਨੂੰ ਸਮਝਾ ਦਿੰਦਾ। ਇਹਦਾ ਜੋ ਲਿਖਿਆ ਉਹੀ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ ਜੋ ਐਕਚੁਅਲੀ ਫੈਕਟ ਹੈਗੇ ਆ, ਰਾਦਰ ਦੈਨ ਇੱਥੇ ਬਹਿ ਕੇ ਇੱਥੇ ਅੰਦਾਜ਼ੇ ਲਾਈ ਜਾਈਏ ਜਾਂ ਝੂਠ ਬੋਲੀ ਜਾਈਏ। ਹਾਂ ਉਹ ਹੈ ਵੱਖਰੀ ਗੱਲ ਕਿ ਤੁਹਾਨੂੰ ਝੂਠ ਵਧੀਆ ਲੱਗਦਾ ਸੁਣਨ ਨੂੰ, ਉਹ ਤੁਸੀਂ ਫਿਰ ਸੁਣੀ ਜਾਓ। ਫਿਰ ਆਹ ਸ਼ੋਅ ਕਾਹਨੂੰ ਦੇਖਦੇ ਆ, ਹੈ ਨਾ। ਉਹ ਤਾਂ ਫਿਰ ਉਹਨਾਂ ਦੀ ਜੋ ਹੈਗੇ ਆ ਸੋਸ਼ਲ ਮੀਡੀਆ ਦੇਖੋ ਅਤੇ ਸੁਦਾ ਝੂਠ ਹੀ ਹੁੰਦਾ, ਅਤੇ ਉਹ ਤੁਹਾਨੂੰ ਲੋਲੋ ਪੋਪੋ ਦੇਈ ਜਾਂਦੇ, ਲੋਲੀਪੋਪ ਤੁਸੀਂ ਲਈ ਜਾਂਦੇ ਆ। ਅਤੇ ਵਧੀਆ ਜੀ, ਲੋਲੀਪੋਪ ਲੈਣ 'ਚ ਤਾਂ ਕਾਫੀ ਸ਼ੇਰ ਹੈ, ਦੇਣ ਵਾਲਾ ਹੋਵੇ ਕੋਈ। ਇਹਦੇ ਵਿੱਚ ਜੀ ਇਹਨਾਂ ਨੇ ਕਿਹਾ ਕਿ ਜੀ ਦੋਨੋਂ ਇੰਡੀਆ ਅਤੇ UK ਜੋ ਹੈਗੇ ਆ, ਇਹਨਾਂ ਨੇ ਇੱਕ ਸਕੀਮ ਬਣਾਈ ਆ ਜਿਹਦੇ ਵਿੱਚ ਯੰਗ ਪ੍ਰੋਫੈਸ਼ਨਲ ਜੋ ਆਲਰੇਡੀ ਕੰਮ ਕਰ ਰਹੇ ਆ ਜਾਂ ਕੰਮ ਵਾਲੀ ਜ਼ਿੰਦਗੀ ਵਿੱਚ ਐਂਟਰ ਕਰਨਾ ਚਾਹੁੰਦੇ ਆ, ਜੋ ਆਪਣੇ ਕਰੀਅਰ ਨੂੰ ਇੰਪਰੂਵ ਕਰਨਾ ਚਾਹੁੰਦੇ ਆ, ਫॉर द एक्सपीरियंस ऑफ सैलरीड वर्क इन अ कंपनी रजिस्टर्ड इन द अदर पार्टिसिपेंट्स कंट्री फॉर अप टू 2 years ਲਈ ਆ ਸਕਦੇ ਆ। ਸੋ ਇਹ ਸਕੀਮ ਜੋ ਹੈਗੀ ਹੈ ਯੰਗ ਪ੍ਰੋਫੈਸ਼ਨਲ ਲਈ ਬਣਾਈ ਹੋਈ ਹੈਗੀ ਆ। ਇਹਨਾਂ ਨੇ ਯੰਗ ਪ੍ਰੋਫੈਸ਼ਨਲਸ ਕਿਉਂ ਲਿਖਿਆ ਹੈ ਨਾ, ਯੰਗ ਪ੍ਰੋਫੈਸ਼ਨਲਸ ਤਾਂ ਨਾ ਲਿਖਿਆ ਹੈ ਜੀ ਤਾਂ ਕਿ ਜਿਹੜੇ ਲੋਕ ਪੜ੍ਹੇ ਲਿਖੇ ਹੈ ਨਹੀਂ ਜਾਂ ਫਿਰ ਜਿਹੜੇ ਮੈਨੂਅਲ ਜੋਬਾਂ ਕਰਦੇ ਆ ਉਹਦੇ ਵਿੱਚ ਉਹ ਆ ਨਾ ਸਕਣ। ਸੋ ਯੰਗ ਪ੍ਰੋਫੈਸ਼ਨਲਸ ਇਹਨਾਂ ਨੇ ਉਹੀ ਹੈ ਜੋ ਕਿ ਕੰਪਨੀਆਂ ਲਈ ਆਲਰੇਡੀ ਕੰਮ ਕਰ ਰਹੇ ਆ ਜਾਂ ਪੜ੍ਹੇ ਲਿਖੇ ਹੋ ਆ ਜਾਂ ਉਹਨਾਂ ਨੇ ਕੋਈ ਪੜ੍ਹੇ ਲਿਖੇ ਦੇ ਕਰੀਅਰ ਵਿੱਚ ਜਾਣਾ ਆ, ਉਹਦੇ ਵਿੱਚ ਆ, ਤਾਂ ਕਿ ਕੋਈ ਬੰਦਾ ਇੱਥੇ ਆ ਕੇ ਇਹ ਨਾ ਕਵੇ ਕਿ ਜੀ ਮੈਂ ਇੱਥੇ ਬਿਲਡਰੀ ਦਾ ਕੰਮ ਕਰਨਾ ਜਾਂ ਮੈਂ ਇੱਥੇ ਸ਼ੌਪ 'ਚ ਕੰਮ ਕਰਨਾ, ਉਹਨੂੰ ਪ੍ਰੋਫੈਸ਼ਨਲਸ ਨਹੀਂ ਗਿਣਿਆ ਜਾਂਦਾ ਜੋ ਹੈਗਾ ਇਹਨਾਂ ਦੀ ਨਜ਼ਰਾਂ ਦੇ ਵਿੱਚ। ਓਕੇ, ਸੋ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਜੀ ਕਿ ਉਹ 2 ਸਾਲ ਲਈ ਇੱਥੇ ਆ ਸਕੂਗੇ। ਦੇ ਮਸਟ ਹੋਲਡ ਅ ਡਿਪਲੋਮਾ ਡਿਗਰੀ
ਜੋ ਐਟਲੀਸਟ 3 ਸਾਲ ਦਾ ਹੋਵੇ ਜਾਂ ਉਹਨਾਂ ਕੋਲ ਕੋਈ ਪ੍ਰੋਫੈਸ਼ਨਲ ਐਕਸਪੀਰੀਅੰਸ ਹੋਵੇ 3 ਸਾਲ ਦੇ ਲੈਵਲ ਦਾ, ਉਸ ਡਿਗਰੀ ਦੇ ਲੈਵਲ ਦਾ, ਅਤੇ ਦੇ ਮਸਟ ਬੀ ਏਬਲ ਟੂ ਐਕਸਪ੍ਰੈਸ ਦਮਸੈਲਵਸ ਇਨ ਦ ਲੈਂਗੁਏਜ ਆਫ ਦ ਹਾਊਸ ਕੰਟਰੀ। ਸੋ ਉਹਦੇ ਵਿੱਚ ਲੈਂਗੁਏਜ ਉਹਨਾਂ ਨੂੰ ਆਉਂਦੀ ਹੋਵੇ। 24 ਮਹੀਨੇ ਦਾ ਹੋਊਗਾ ਜੋ ਵੀਜ਼ਾ ਹੋਊਗਾ। ਉਸ ਤੋਂ ਬਾਅਦ ਵਾਪਸ ਜਾਣਾ ਪਊ ਅਨਲੈਸ ਉਹਨਾਂ ਨੂੰ ਇੱਥੇ ਕੋਈ ਵਰਕ ਪਰਮਿਟ ਵਿੱਚ ਸਵਿਚਿੰਗ ਦੀ ਚਾਂਸ ਮਿਲਦੀ ਹੈਗੀ ਆ। ਇਹਦੇ ਬਾਰੇ ਉਹਨਾਂ ਨੇ ਦੱਸਿਆ ਨਹੀਂ ਕਿ ਜੀ ਸਵਿਚਿੰਗ ਅਲਾਊਡ ਹੋਊਗਾ ਜਾਂ ਨਹੀਂ। ਹੋਰ ਇਹਨਾਂ ਨੇ ਕੀ ਲਿਖਿਆ ਕਿ 3000 ਸਾਲ ਦਾ ਹੋਣਾ ਫॉर ਆਲ ਆਫ ਇੰਡੀਆ, ਅਤੇ ਇਹ ਡਾਊਨ ਵੀ ਕਰ ਸਕਦੇ, ਇਹਨੂੰ ਅਪ ਵੀ ਕਰ ਸਕਦੇ ਆ। ਬਾਕੀ ਸ਼ੁਰੂ ਕਦੋਂ ਹੋਣਾ ਇਹਨਾਂ ਨੇ ਕੋਈ ਡੇਟ ਨਹੀਂ ਦਿੱਤੀ, ਅਤੇ ਲੋਕਾਂ ਨੇ ਤਾਂ ਐਡ ਲਾਤੀ ਕਿ ਕਿੱਦਾਂ ਖੁੱਲ੍ਹ ਗਿਆ ਹੁੰਦਾ। ਹਾਲੇ ਤਾਂ ਉਹਦਾ ਫਾਰਮ ਵੀ ਨਹੀਂ ਆਇਆ। ਲੋਕ ਪੈਸੇ ਵੀ ਲੈਣ ਲੱਗ ਪਏ ਰਜਿਸਟ੍ਰੇਸ਼ਨ ਲਈ ਕਿ ਤੁਸੀਂ 5-10 ਹਜ਼ਾਰ ਰੁਪਈਏ ਦਿਓ ਅਤੇ ਰਜਿਸਟਰ ਕਰੋ। ਐਗਜ਼ੈਕਟਲੀ ਸੇਮ ਇਹੀ ਚੀਜ਼ ਹੋਈ ਸੀ ਜਦੋਂ ਫਾਰਮਿੰਗ ਵੀਜ਼ਾ ਅਨਾਊਂਸ ਕੀਤਾ ਗਿਆ ਸੀ, ਔਰ ਫਾਰਮਿੰਗ ਵੀਜ਼ਾ ਜੋ ਸੀਗਾ ਉਹ ਇੰਡੀਆ ਲਈ ਸੀਗਾ ਹੀ ਨਹੀਂ, ਪਰ ਫਿਰ ਵੀ ਪੈਸੇ ਲੈ ਲਏ, ਰਜਿਸਟਰ ਕਰ ਲਏ, ਤਾਂ ਬਾਅਦ ਫਿਰ ਲੋਕਾਂ ਨੇ ਦਰਵਾਜ਼ੇ ਭੰਨੇ ਅਤੇ ਸ਼ੀਸ਼ੇ ਭੰਨੇ, ਤਾਂ ਫਿਰ ਤਾਂ ਨੋ ਗੁੱਡ ਗੱਲ ਹੋਈ। ਪਰ ਆਪਣੇ ਲੋਕ ਦਿੰਦੇ ਆ ਜੀ, ਫੂਲ ਬਣਦੇ ਆ। ਸੋ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਲੋਲੀਪੋਪ, ਯੂ ਲਾਈਕ ਦ ਲੋਲੀਪੋਪ, ਓਕੇ। ਹਾਲੇ ਸਕੀਮ ਖੁੱਲ੍ਹੀ ਨਹੀਂ, ਕੋਈ ਇਹਨਾਂ ਦਾ ਡੇਟ ਵੀ ਨਹੀਂ ਆਇਆ ਕਿ ਕਦੋਂ ਆਉਣੀ ਕਦੋਂ ਨਹੀਂ। ਕੋਈ ਇਹਨਾਂ ਦਾ ਕੋਈ ਜੋ ਹੈਗਾ ਸਿਰਫ ਇਹਦੇ 'ਚ ਹੀ ਆ ਮੈਮੋਰੈਂਡਮਸ, ਕੋਈ ਲਾਅ, ਕੋਈ ਰੈਗੂਲੇਸ਼ਨ ਕੋਈ ਵਿੱਚ ਨਹੀਂ ਆਇਆ, ਕੋਈ ਗਾਈਡੈਂਸ, ਕੁਛ ਨਹੀਂ ਆਇਆ ਹਾਲੇ। ਕਿਵੇਂ ਫੈਸਲਾ ਕਿੱਥੋਂ ਬਣਾਉਣਾ। ਸੋ ਉਹਦੇ ਵਿੱਚ ਇਹਨਾਂ ਨੇ ਇਹੀ ਕਿਹਾ ਜੀ ਕਿ ਜੋ ਯੰਗ ਪ੍ਰੋਫੈਸ਼ਨਲ ਆ, ਆਪਾਂ ਉਹਨਾਂ ਲਈ ਜੋ ਹੈਗਾ ਆ ਅਲਾਉ ਕਰਨਾ ਇੱਕ ਦੂਜੇ ਦੇ ਮੁਲਕਾਂ ਨੂੰ ਜਾਣ ਲਈ। ਦੈਟ ਇਜ਼ ਦ ਸਕੀਮ। ਆ ਜੀ ਜੋ ਲਿਖਿਆ ਨਾ ਪੈਰਾਗ੍ਰਾਫ 5, ਇੱਥੋਂ ਸ਼ੁਰੂ ਹੁੰਦਾ, ਇੱਥੋਂ ਐਂਡ ਹੁੰਦਾ। ਸਾਰੇ ਪੜ੍ਹ ਸਕਦੇ ਜੀ ਜਾ ਕੇ। ਅਤੇ ਆਹ ਦੇਖੋ, ਤੁਹਾਨੂੰ ਦਿਖਾ ਦਈਏ ਫੋਟੋ 'ਤੇ ਜੇ ਤੁਹਾਨੂੰ ਨਹੀਂ। ਆਹ ਦੇਖੋ, ਇੰਨੀ ਹੈ ਜੀ, ਇਹ ਇੰਨਾ ਲਿਖਿਆ ਇਹਦੇ ਬਾਰੇ, ਹੋਰ ਕੁਛ ਨਹੀਂ। ਨਾ ਕੋਈ ਫੋਰਮ ਆ, ਨਾ ਕੋਈ ਲਾਜ਼ ਆ, ਨਾ ਕੁਛ ਇਹਦੇ ਵਿੱਚ ਕੁਛ ਉਹ ਗਾਈਡੈਂਸ ਲਿਖਿਆ, ਨਾ ਕੋਈ ਇਹਦੇ ਵਿੱਚ ਕੋਈ ਇਹਨਾਂ ਨੇ ਲਿੰਕ ਪਾਇਆ, ਸਿਰਫ ਆ ਹੈ ਜੀ ਜੋ ਹੈਗਾ। ਸੋ ਇਹਦੇ ਵਿੱਚ ਹੁਣ ਆਪਾਂ ਕਹੀਏ ਨਹੀਂ, ਆ ਤਾਂ ਖੁੱਲ੍ਹ ਗਿਆ, ਤੁਹਾਨੂੰ ਲਵਾ ਦਿੰਦਾ, ਕੋਈ ਗੱਲ ਨਹੀਂ, ਤੁਸੀਂ ਬਸ ਕਿਊ 'ਚ ਦਿਓ, ਇੰਨੇ ਪੈਸੇ ਦੇ ਦਿਓ। ਇੰਡੀਆ 'ਚ ਤਾਂ ਸ਼ੁਰੂ ਕਰਤਾ ਕੰਮ ਲੋਕਾਂ ਨੇ ਪੈਸੇ ਪੂਸੇ ਲੈਣ ਦਾ। ਸੋ ਚਲੋ ਤੁਸੀਂ ਫਸੋ ਯਾਰ, ਉਹ ਤੁਸੀਂ ਫਸਣਾ ਆ, ਉਹ ਫਸੋ ਤੁਸੀਂ, ਵਧੀਆ। ਹਾਂ, ਉਹੀ ਆ ਜਾਓ ਲੱਤਾਂ ਵਢਾ ਕੇ। ਹਾਂ, ਫਿਰ ਆਪਾਂ ਦੇਖਾਂਗੇ ਤੁਹਾਡੀਆਂ ਵੱਡੀਆਂ ਲੱਤਾਂ। ਹਾਂ, ਨਾਲੇ ਤੁਹਾਡੇ ਨਾਲ ਫਿਰ ਅਫਸੋਸ ਕਰਾਂਗੇ ਬਹਿ ਕੇ, ਕੋਈ ਗੱਲ ਨਹੀਂ। ਇਹ ਤੁਸੀਂ ਆ ਫੈਕਟਸ ਆਫ ਦ ਸਿਚੁਏਸ਼ਨ ਐਟ ਦ ਮੋਮੈਂਟ, ਦਿਸ ਇਜ਼ ਵਟ ਯੂ ਨੀਡ। ਫਿਰ ਜੋ ਹੈਗਾ 3000 ਜਗ੍ਹਾ ਲਈ ਐਪਲੀਕੇਸ਼ਨਾਂ ਕਿੰਨੀਆਂ ਆਉਣੀਆਂ, ਬਹੁਤ ਆਉਣੀਆਂ। ਸੋ ਇਹ ਕਿੱਦਾਂ ਡਿਸਾਈਡ ਕਰੋਗੇ ਜੀ? ਇਹ ਜੋ ਯੂਥ ਮੋਬਿਲਿਟੀ ਸਕੀਮ ਕਿੱਦਾਂ ਡਿਸਾਈਡ ਕਰਦੇ ਆ ਜੀ? ਇਹ ਫਿਰ ਲੋਟਰੀ ਕਰਦੇ ਆ, ਔਰ ਅਮਰੀਕਾ 'ਚ ਵੀ ਇਹੀ ਗੱਲ ਹੁੰਦੀ ਹੈ, ਲੋਟਰੀ ਵਾਲਾ ਹਿਸਾਬ ਹੁੰਦਾ ਆ। ਇਹਨਾਂ ਨੇ ਫਿਰ ਐਪਲੀਕੇਸ਼ਨਾਂ ਦੇਖ ਕੇ ਲੋਟਰੀ ਰਾਹੀਂ ਚੁਣਨਾ ਕਿ ਆਪਾਂ ਕਿਹਨੂੰ ਚੁਣਨਾ। ਇਹਦੇ 'ਚ ਅਪੀਲ ਤਾਂ ਹੈ ਨਹੀਂ। ਸੋ ਤੁਸੀਂ ਨਹੀਂ ਚੁਣੇ ਗਏ। ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਵੀ ਇਹੀ ਚੀਜ਼ ਹੁੰਦੀ ਆ, ਜਦੋਂ ਤੁਸੀਂ ਅਪਲੋਡ ਕਰਦੇ ਆ ਉਹ ਚੁਣਦੇ ਆ ਜੀ ਤੁਹਾਨੂੰ ਕਿ ਆਪਾਂ ਤੁਹਾਨੂੰ ਆਹ ਚਾਹੀਦਾ ਬੰਦਾ, ਆਹ ਚਾਹੀਦਾ ਆ। ਸੋ ਜੇ ਤੁਸੀਂ ਕ੍ਰਾਈਟੇਰੀਆ ਫਿੱਟ ਨਹੀਂ ਕਰਦੇ, ਜਾਂ ਜੇ ਤੁਸੀਂ 10ਵੀਂ ਆ, ਜਾਂ ਤੁਸੀਂ 8ਵੀਂ ਆ, ਜਾਂ ਇਵਨ ਤੁਸੀਂ 12ਵੀਂ ਆ, ਤਾਂ ਤੁਹਾਨੂੰ ਪਤਾ ਕਿ ਆਪਾਂ ਕੋਲ ਡਿਗਰੀ ਤਾਂ ਹੈ ਨਹੀਂ, ਨਾ ਕੋਈ ਪ੍ਰੋਫੈਸ਼ਨਲ ਐਕਸਪੀਰੀਅੰਸ ਆ, ਤਾਂ ਤੁਸੀਂ ਆਪਣਾ ਵਕਤ ਹੈਗਾ ਉਹ ਨਾ ਖਰਾਬ ਕਰਿਓ। ਉਹਦੇ ਵਿੱਚ ਤੁਸੀਂ ਕੋਈ ਹੋਰ ਸਕੀਮਾਂ ਦੇਖ ਲਿਓ ਜਿਹਦੇ ਵਿੱਚ ਤੁਸੀਂ ਆ ਸਕਦੇ ਆ, ਜਾਂ ਕੋਈ ਹੋਰ ਮੁਲਕ ਵੀ ਤੁਸੀਂ ਦੇਖ ਸਕਦੇ ਆ। ਤੁਹਾਡਾ ਟਾਈਮ ਨਾ ਖਰਾਬ ਹੋ ਜਾਊ। ਕਿਉਂ ਹਰ ਚੀਜ਼, ਮੈਂ ਇੱਕ ਚੀਜ਼ ਕਹਿਣਾ ਹੁੰਦਾ ਕਿ ਹਰ ਚੀਜ਼ ਮੁੜ ਜਾਂਦੀ ਆ। ਪੈਸੇ ਤੁਹਾਡੇ ਗੁਆਚੇ ਆ, ਮੁੜ ਆਉਗੇ, ਧਨ ਦੌਲਤ ਵਗੈਰਾ ਮੁੜ ਆਉਗੇ, ਬਟ ਟਾਈਮ ਨਹੀਂ ਮੁੜ ਕੇ ਆਉਂਦਾ। ਜਿਹੜਾ ਗਵਾਇਆ ਹੋਇਆ ਟਾਈਮ ਹੈ ਨਾ, ਵਕਤ, ਉਹ ਨਹੀਂ ਆਉਂਦਾ ਮੁੜ ਕੇ। ਸੋ ਦੈਟਸ ਅ ਬਿਗ ਥਿੰਗ ਦੈਟ ਯੂ ਨੀਡ ਟੂ ਵਾਚ ਆਊਟ ਫੋਰ। ਸੋ ਇਹਨਾਂ ਨੇ ਕਿਉਂ ਜੀ ਇਹ ਦਿੱਤੀ ਸਕੀਮ? ਇਹਦੇ ਵਿੱਚ ਇਹਨਾਂ ਨੂੰ ਕੀ ਮਿਲੂਗਾ ਸਕੀਮ ਦੇ ਕੇ? ਦੇਖੋ ਜੀ, ਇਹਨਾਂ ਨੇ ਕਰਾਉਣਾ ਸੀ ਡੀਲ ਸਾਈਨ ਇੰਡੀਅਨਾਂ ਨੂੰ ਮੁੜ ਕੇ ਭੇਜਣ ਨੂੰ। ਉਹਦੇ ਵਿੱਚ ਇਹਨਾਂ ਨੇ ਲੋਲੀਪੋਪ ਤਾਂ ਦੇਣੀ ਸੀਗੀ ਕਿ ਇੰਡੀਆ ਵਾਲੇ ਕਹਿੰਦੇ ਸੀ ਵੀਜ਼ਾ ਦਿਓ ਸਾਨੂੰ ਹੋਰ, ਅਤੇ ਵੀਜ਼ੇ ਦਿਓ। ਸੋ ਇਹਨਾਂ ਨੇ ਇੱਕ ਤਾਂ ਦੇ ਦਿੱਤੀ ਕਿ ਜੀ ਆਪਾਂ ਸਟੂਡੈਂਟ ਵੀਜ਼ੇ ਹੋਰ ਦੇਵਾਂਗੇ ਇੰਡੀਆ ਨੂੰ, ਤਾਂ ਉਹ ਤਾਂ ਦੇਣ 'ਚ ਫਾਇਦਾ ਆ, ਕਿਉਂਕਿ ਇਹਨਾਂ ਦੀ ਇਕੋਨਮੀ ਵੱਧਦੀ ਆ। 15,000 ਪਾਉਂਡ ਫੀਸ ਮਿਲਦੀ ਹੈ ਇਹਨਾਂ ਨੂੰ 1 ਸਾਲ ਦੀ ਪੜ੍ਹਾਈ ਲਈ। ਸੋ ਉਹਦੇ ਵਿੱਚ ਤਾਂ ਇਹਨਾਂ ਨੇ
ਫਾਇਦੇ ਵਾਲੀ ਗੱਲ ਕੀਤੀ ਆ ਜੋ ਹੈਗੀ ਆ। ਔਰ ਇਹਨਾਂ ਨੇ ਦੇਖੋ ਕਿ ਸਿਸਟਮ ਕਿੱਦਾਂ ਬਣਾਤਾ, ਮਤਲਬ ਲੋਲੀਪੌਪ ਵੀ ਦਿੱਤਾ ਔਰ ਪਤਾ ਵੀ ਨਹੀਂ ਲੱਗਣ ਦਿੱਤਾ, ਤੁਹਾਨੂੰ ਲੱਗਦਾ ਕਿ ਤੁਹਾਡੇ ਫਾਇਦੇ ਦੀ ਗੱਲ ਕਰ ਗਏ। ਇਹਨਾਂ ਨੇ ਪੜ੍ਹਾਈ ਦਾ ਵੀਜ਼ਾ ਤਾਂ ਦੇ ਦਿੱਤਾ ਹੈ ਨਾ, ਇਹ ਵੀ ਖੋਲ੍ਹ ਦਿੱਤਾ ਕਿ ਆਪਾਂ ਪੜ੍ਹਾਈ ਦੇ ਵੀਜ਼ੇ ਹੋਰ ਖੋਲ੍ਹਣੇ। ਕਰੰਟਲੀ 53,000 ਸਟੂਡੈਂਟ ਇੰਡੀਅਨ ਪੜ੍ਹਨ ਆਉਂਦਾ ਇੱਥੇ ਹਰ ਸਾਲ। But you didn't know that 53,000 students from India come every year to study. 53,000. So ਉੱਤੋਂ ਇਹਨਾਂ ਨੂੰ 15,000 ਆਉਂਦਾ ਸਾਲ ਦਾ। ਹੁਣ ਉਹਦੇ 'ਚੋਂ ਹੁਣ ਕਈ ਸਟੂਡੈਂਟ ਸੀਗੇ ਖਾਸ ਤੌਰ 'ਤੇ ਸਾਡੇ ਪੰਜਾਬ ਵਾਲੇ ਕਿ ਉਹ ਫੀਸ ਭਰ ਕੇ ਜਾਂਦੇ ਹੀ ਨਹੀਂ ਸੀ ਯੂਨੀ, ਕਿ ਉਹ ਬਾਕੀ ਦੇ ਜਿਹੜੇ ਇੱਥੇ ਕੱਚੇ ਸੀ ਉਹਨਾਂ ਨੂੰ ਸਲਾਹਾਂ ਦਿੰਦੇ ਜਾਂ ਰਿਸ਼ਤੇਦਾਰ ਦਿੰਦੇ ਕਿ ਤੈਨੂੰ ਕੀ ਜਾਣ ਦੀ ਲੋੜ ਆ, ਤੂੰ ਨਿਆਣਾ ਕਰ ਲਈ, ਇੱਥੇ ਕੋਈ ਵਿਆਹ ਕਰ ਲਈ, ਤੂੰ ਪੈਸੇ ਪੂਸੇ ਕਮਾ, ਕਿ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪੜ੍ਹਾਈ ਲਈ ਆਉਣ ਲਈ, ਉਹ ਇੱਕ ਜ਼ਰੀਆ ਸੀ ਸਿਰਫ ਆਉਣ ਲਈ। ਹੁਣ ਇਹਨਾਂ ਨੇ ਇਹ ਕਰਤਾ ਕਿ ਗ੍ਰੈਜੂਏਟ ਸਕੀਮ ਜੋ ਹੈਗੀ ਆ ਉਹ ਕਰ ਦਿੱਤੀ ਸ਼ੁਰੂ, ਕਿ ਜੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰੋਗੇ ਤਾਂ ਤੁਹਾਨੂੰ ਆਪਾਂ 2 ਸਾਲ ਦਾ ਖੁੱਲ੍ਹਾ ਵੀਜ਼ਾ, ਜਿਹਨੂੰ ਅੱਗੇ PSW ਸੱਦਦੇ ਸੀ, ਉਹ ਦਿੱਤਾ ਜਾਏਗਾ। ਹੁਣ ਇਹ ਜੋ ਗ੍ਰੈਜੂਏਟ ਸਕੀਮ ਆ ਇਹ ਐਗਜ਼ੈਕਟਲੀ PSW ਵਾਂਗ ਰਿਹਾ। ਇਹ ਕੀ ਆ ਜੀ, ਇਹ ਤੁਸੀਂ ਇੱਥੇ ਜੇ ਡਿਗਰੀ ਕਰੋਗੇ ਜਾਂ ਮਾਸਟਰਸ ਕਰੋਗੇ ਉਸ ਤੋਂ ਬਾਅਦ ਤੁਹਾਨੂੰ 2 ਸਾਲ ਦਾ ਵੀਜ਼ਾ ਦਿੱਤਾ ਜਾਊਗਾ, ਜਿਹਦੇ ਵਿੱਚ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਖੁੱਲ੍ਹੀ ਜਗ੍ਹਾ, ਕੋਈ ਤੁਹਾਨੂੰ ਜੋਬ ਆਫਰ ਦੀ ਜ਼ਰੂਰਤ ਹੈ ਨਹੀਂ। ਉਹਦੇ ਵਿੱਚ ਇਹਨਾਂ ਨੇ ਦੇਖਣਾ ਕਿ ਤੁਸੀਂ ਤੁਹਾਡੀ ਡਿਗਰੀ ਪਾਸ ਕੀਤੀ ਹੋ ਅਤੇ ਤੁਹਾਡੀ ਅਟੈਂਡੈਂਸ ਹੋਵੇ। ਅਤੇ ਈਵਨ ਤੁਸੀਂ ਜੇ ਡਿਸਟੈਂਸ ਲਰਨਿੰਗ ਵਿੱਚੋਂ ਕਰ ਰਹੇ ਆ ਤਾਂ ਵੀ ਤੁਹਾਡੀ ਐਜ਼ ਲੌਂਗ ਐਜ਼ ਅਟੈਂਡੈਂਸ ਠੀਕ ਹੋਵੇ ਤੁਸੀਂ ਐਲੀਜੀਬਲ ਹੈਗੇ। ਇਹ 1 ਜੁਲਾਈ ਤੋਂ ਸ਼ੁਰੂ ਹੋਣਾ ਹੈ ਜੋ ਵੀਜ਼ਾ ਹੈਗਾ ਆ। ਸੋ ਹੁਣ ਜਿਹੜੇ ਸਟੂਡੈਂਟਾਂ ਨੇ ਆਉਣਾ ਆ ਉਹ ਹੁਣ ਭੱਜੂਗੇ ਘੱਟ, ਕਿਉਂਕਿ ਉਹਨਾਂ ਨੂੰ ਲਾਹਾ ਆ ਕਿ ਆਪਾਂ ਜੇ ਪੜ੍ਹਾਈ ਕਰਾਂਗੇ ਤਾਂ ਸਾਨੂੰ 2 ਸਾਲ ਦਾ ਕੰਮ ਦਾ ਵੀਜ਼ਾ ਮਿਲ ਜਾਣਾ। ਜਿਨ੍ਹਾਂ ਨੇ ਮਾਸਟਰਸ ਕਰਨ ਆਉਣਾ ਉਹਨਾਂ ਨੇ ਸਿਰਫ 15,000 ਇੱਕ ਵਾਰੀ ਲਾਉਣਾ ਤਾਂ ਉਹਨਾਂ ਨੂੰ 2 ਸਾਲ ਦਾ ਕੰਮ ਦਾ ਵੀਜ਼ਾ ਮਿਲ ਜਾਣਾ। ਕੰਮ ਕਰੂਗੇ ਦੱਬ ਕੇ ਖੁੱਲ੍ਹੇ ਤਾਂ 15,000 ਤਾਂ ਮੁੜ ਕੇ ਬਣ ਜਾਣੇ, ਉਹਨਾਂ ਦੇ ਸ਼ਾਇਦ 6-7 ਮਹੀਨਿਆਂ 'ਚ ਬਣ ਜੂਗੇ, ਬਾਕੀ ਤਾਂ ਪ੍ਰੋਫਿਟ ਹੀ ਆ। ਆਪਣੀ ਪ੍ਰੋਫਿਟ ਦੀ ਗੱਲ ਕਰਨੀ ਅਗਲੇ ਨੇ। ਹੁਣ ਜਿਨ੍ਹਾਂ ਦਾ 3 ਸਾਲ ਦਾ ਵੀਜ਼ਾ ਆ ਉਹਨਾਂ ਨੇ 45,000 ਖਰਚਣਾ, ਪਰ ਉਹ ਵੀ ਰਿਕਵਰ ਹੋ ਜਾਣਾ 2 ਸਾਲ ਦੇ ਵਿੱਚ। ਸੋ ਸਾਵੇਂ ਰਹਿੰਦੇ ਆ, ਸੋ ਉਹਨਾਂ ਨੇ ਕੱਚੇ ਕਿਉਂ ਹੋਣਾ, ਲੋੜ ਹੀ ਨਹੀਂ। ਕੱਚਾ ਤਾਂ ਉਹੀ ਹੋਊ ਜਿਹਦਾ ਬਿਲਕੁਲ ਕੋਈ ਪੜ੍ਹਾਈ ਕਰਨ ਦਾ ਇੰਟੈਂਸ਼ਨ ਨਹੀਂ। ਸੋ ਆ ਦੇਖਿਆ, ਸੋਚਣ ਵਾਲੀ ਗੱਲ ਆ ਕਿ ਕਿੱਦਾਂ ਇਹਨਾਂ ਨੇ ਸਕੀਮ ਨੂੰ ਗੇੜ ਨੂੰ ਲਿਆ ਹੈ ਵਿੱਚ। ਇਹਨਾਂ ਨੇ ਸਟੂਡੈਂਟ ਅਪ ਕਰ ਦੇਣੇ ਆ ਕਿ ਉਹਨਾਂ ਨੂੰ ਪਤਾ ਹੁਣ ਭੱਜਣੇ ਘੱਟ ਆ। ਜੇ ਭੱਜ ਵੀ ਗਏ ਤਾਂ ਐਗਰੀਮੈਂਟ ਹੈਗਾ ਹੁਣ ਗੌਰਮੈਂਟ ਦੇ ਨਾਲ, ਜਿਸ ਵੇਲੇ ਹੱਥ ਆਇਆ ਤਾਂ ਉਹਨਾਂ ਨੂੰ ਭੇਜ ਦਾਂਗੇ ਮੁੜ ਕੇ। ਇਹਨਾਂ ਦੀ ਜੋ ਮੇਨ ਪ੍ਰੋਬਲਮ ਸੀ ਪਿਛਲੇ 3-4 ਸਾਲਾਂ ਤੋਂ ਇਹ ਸੀਗੀ ਜੋ ਇੰਡੀਅਨ ਜ਼ਿਆਦਾ ਓਵਰਸਟੇ ਇੱਥੇ ਕਰਦੇ ਆ, ਕਿਉਂ ਇੰਡੀਅਨ ਵਨ ਆਫ ਦ ਲਾਰਜੈਸਟ ਗਰੁੱਪ ਆਫ ਓਵਰਸਟੇਅਰਸ ਹੈ ਇੱਥੇ ਜਾਂ ਇਲੀਗਲ ਰਹਿੰਦੇ ਆ। ਇਹਨਾਂ ਨੂੰ ਉਹਨਾਂ 'ਚ ਭੇਜਣਾ ਪ੍ਰੋਬਲਮ ਆ ਰਹੀ ਸੀ ਕਿ ਇੰਡੀਅਨ ਗੌਰਮੈਂਟ ਸਲਿੱਪਾਂ ਨਹੀਂ ਬਣਾ ਕੇ ਦੇ ਰਹੀ ਸੀ ਹਿਸਾਬ ਨਾਲ ਟਾਈਮ ਨਾਲ, ਅਤੇ ਪਾਸਪੋਰਟ ਨਹੀਂ ਬਣਾ ਕੇ ਦੇ ਰਹੀ ਸੀਗੀ, ਅਤੇ ਇਨਕੁਆਇਰੀਆਂ ਨਹੀਂ ਆਉਂਦੀਆਂ ਸੀਗੀਆਂ। ਹੁਣ ਇਹਨਾਂ ਨੇ ਜੋ ਡੀਲ 'ਚ ਕੀਤਾ ਸਿਸਟਮ ਹੀ ਜੋ ਹੈਗਾ ਬਦਲ ਦਿੱਤਾ। ਹੁਣ ਜੋ ਲਿਮਿਟਾਂ ਪਾਤੀਆਂ ਇਨਕੁਆਇਰੀਆਂ 'ਤੇ ਕਿ ਇੰਨੇ ਦਿਨ 'ਚ 10 ਦਿਨ 'ਚ ਇਨਕੁਆਇਰੀ ਆਉਣੀ ਚਾਹੀਦੀ ਆ, 30 ਦਿਨਾਂ 'ਚ ਸਲਿੱਪ ਬਣ ਜਾਣੀ ਚਾਹੀਦੀ ਆ। ਆਹ ਜੋ ਹੈਗਾ ਇਹਨਾਂ ਨੇ ਜੋ ਡੀਲ ਹੋਈ ਆ, ਤਾਂ ਇਹ ਜਦੋਂ ਕੰਮ ਸ਼ੁਰੂ ਹੋ ਗਿਆ ਨਾ, ਜਦੋਂ ਇਹਨੇ ਦੇਖਿਆ ਕਿ ਇੰਡੀਆ ਵਾਲੇ ਕੋਆਪਰੇਟ ਕਰਦੇ, ਤਾਂ ਇਹਨਾਂ ਨੇ ਇਹ WPS ਲੈ ਕੇ ਆਉਣੀ ਆ। ਇਹ ਇਹਨਾਂ ਨੇ ਡੀਲ ਵਿੱਚ ਸਾਫ਼ ਲਿਖਿਆ ਆ, ਜਿਨ੍ਹਾਂ ਨੇ ਪੜ੍ਹਨਾ ਆ ਪੜ੍ਹ ਲਓ, ਤਾਂ ਕਿ ਤੁਸੀਂ ਕੋਈ ਧੋਖੇ 'ਚ ਨਾ ਰਹੋ। ਇੱਦਾਂ ਚੱਲਦੀ ਜੇ ਇਹਨਾਂ ਦੀ ਡੀਲਾਂ, ਇੱਦਾਂ ਇਹਨਾਂ ਦੀ ਬ੍ਰੋਕਰੇਜ ਚੱਲਦੀ ਆ ਜੋ ਹੈਗੀ ਆ। ਦੈਟਸ ਜੋ ਹੈਗੀ ਹੈ ਤੁਹਾਨੂੰ ਸਮਝਾਤਾ। ਤੁਹਾਨੂੰ ਵਿਰੋਧ ਕਰਨਾ ਚਾਹੀਦਾ ਸੀ ਜੀ ਇਹ ਡੀਲ ਦਾ, ਉਹ ਵੀ ਇੰਡੀਆ 'ਚ, ਕਿ ਮੋਦੀ ਜੀ ਨੂੰ ਕਹਿੰਦੇ ਕਿ ਤੁਸੀਂ ਸਾਈਨ ਨਾ ਕਰੋ। ਹੁਣ ਮੋਦੀ ਜੀ ਨੂੰ ਮਿਲਿਆ ਜੀ ਬਿਲੀਅਨ ਪਾਉਂਡ ਦਾ, ਤਾਂ ਉਹਨਾਂ ਨੇ ਸਾਈਨ ਕਿੱਥੋਂ ਨਾ ਕਰਨੇ। ਬਿਲੀਅਨ ਪਾਉਂਡ 'ਚ ਤਾਂ ਤੁਸੀਂ ਵੀ ਸਾਈਨ ਕਰ ਦਿਓ, ਤੁਸੀਂ ਤਾਂ ਪੂਰਾ ਟੱਬਰ ਸਾਈਨ ਕਰ ਦਿਓ ਬਿਲੀਅਨ 'ਚ, ਹੈ ਨਾ। ਸੋ ਅਗਲਿਆਂ ਨੇ, ਮੋਦੀ ਜੀ ਨੇ ਕਿਹਾ ਕਿ ਜਿੰਨੇ ਹੈਗੇ ਜੀ ਭੇਜ ਦਿਓ, ਤੁਸੀਂ ਮਾਇਆ ਦਿਓ ਇੱਧਰ, ਠੀਕ ਹੈ ਜੀ। ਸੋ ਇਹ ਆਹ ਸਿਚੁਏਸ਼ਨ ਹੋਈ ਆ। ਤੁਹਾਡਾ ਨਜ਼ਰ ਇਹਨਾਂ ਨੇ ਜੋ ਹੈਗੇ ਹੀ ਆ ਹਟਾਤੀ ਮੁੱਦੇ ਤੋਂ, ਤੁਹਾਡੀ ਮੁੱਦੇ 'ਤੇ ਪਾਤੀ ਕਿ ਜੀ ਤੁਸੀਂ ਇੱਥੇ ਪਟੀਸ਼ਨ ਪਾਓ। ਇੱਥੇ ਤੁਹਾਡੀ ਪਟੀਸ਼ਨ ਦਾ ਕੀ ਫਾਇਦਾ ਹੈ ਜੀ। ਇਹ ਜੋ ਡੀਲ ਆ ਇਹ ਰਾਤ ਨੂੰ ਤਾਂ ਲਿਖਿਆ ਨਹੀਂ ਗਿਆ
ਇਹ ਪਤਾ ਕਦ ਦਾ ਤਿਆਰ ਪਿਆ? 2018 ਦਾ। ਇਹ ਡੀਲ 2018 ਦਾ ਪਿਆ ਆ ਤਿਆਰ। ਇਹਦਾ ਲਿਖਤ ਜੋ ਹੈਗਾ ਆ, ਸਿਰਫ ਸਾਈਨ ਨਹੀਂ ਹੋ ਰਹੇ ਸੀ ਮੋਦੀ ਜੀ ਦੇ, ਕਿ ਮੋਦੀ ਜੀ ਕਹਿ ਰਹੇ ਸੀਗੇ ਜੀ ਸਾਡੀਆਂ ਸ਼ਰਤਾਂ ਜੋ ਹੈਗੀਆਂ ਮੰਨੋ। ਉਹਨਾਂ 'ਚ ਸ਼ਰਤਾਂ ਇਹ ਰੱਖੀਆਂ ਸੀਗੀਆਂ ਜੀ ਕਿ ਸਾਡੇ ਜਿਹੜੇ ਇੱਥੇ ਤੁਸੀਂ ਮੁਜਰਮਾਂ ਨੂੰ ਪਨਾਹ ਦਿੱਤੀ ਹੋਆ, ਜਿਨ੍ਹਾਂ ਨੂੰ ਆਪਾਂ ਮੁਜਰਮ ਸਮਝਦੇ ਹਾਂ, ਜਿੱਦਾਂ ਵਿਜੇ ਮਾਲੀਆ ਜੀ ਹੋਣੇ ਹੋ ਗਏ, ਨੀਰਵ ਮੋਦੀ ਜੀ ਹੋ ਗਏ, ਕਿ ਇਹਨਾਂ ਨੂੰ ਮਤਲਬ ਜੀ ਵੀ ਲਾ ਕੇ ਚਲੋ ਲਾਤਾ ਬਟ ਉਹ ਕਹਿੰਦੇ ਵੀ ਇਹਨਾਂ ਨੂੰ ਭੇਜੋ, ਇਹਨਾਂ ਨੂੰ ਤੁਸੀਂ ਪਨਾਹ ਕਿਉਂ ਦਿੱਤਾ? ਅੱਛਾ, ਜਦੋਂ ਇਹਨਾਂ ਦੇ ਕੇਸ ਮੁੱਕੇ, ਜਦ ਤੱਕ ਇਹਨਾਂ ਦੇ ਕੇਸ ਚੱਲਦੇ ਸੀ, ਜਦ ਤੱਕ ਨਹੀਂ ਸਾਈਨ ਕੀਤੇ 2018 ਦੇ। ਜਦੋਂ ਇਹਨਾਂ ਦੇ ਕੇਸ ਮੁੱਕੇ ਇਸ ਸਾਲ ਕਿ ਜੀ ਹਾਂਜੀ ਭੇਜ ਦਿਓ ਇਹਨਾਂ ਨੂੰ, ਆ ਸਾਈਨ ਹੋ ਗਏ। ਆ ਇਤਫਾਕ ਵਾਲੀ ਗੱਲ ਨਹੀਂ ਜੀ, ਇੱਦਾਂ ਹੀ ਡੀਲ ਚੱਲਦੇ ਆ ਜੋ ਹੈਗੇ ਆ। ਦੈਟਸ ਦ ਹਿਸਟਰੀ ਆਫ ਇਟ। ਆਹ ਡੀਲ ਦੀ ਹਿਸਟਰੀ ਆ। ਔਰ ਇਹਨੂੰ ਨਾ ਕੋਈ ਪਟੀਸ਼ਨ ਨੇ ਰੋਕਿਆ ਜੀ। ਤੁਹਾਡੇ ਤੋਂ ਮੁੱਦਾ ਹੀ ਠਾਤਾ। ਮੈਂ ਤੁਹਾਨੂੰ ਪਿਛਲੇ ਹਫ਼ਤੇ ਵੀ ਕਿਹਾ ਕਿ ਉਹ ਦੇਖੋ ਸੋਨੇ ਕੀ ਚਿੜੀਆ, ਤੁਸੀਂ ਉੱਧਰ ਦੇਖਦੇ ਰਹਿ ਗਏ ਤਾਂ ਇੱਧਰ ਉਹਨਾਂ ਨੇ ਆ ਕਰਤਾ। ਇਹ ਤਾਂ ਹੋ ਨਹੀਂ ਸਕਦਾ ਜੀ ਕਿ ਤੁਸੀਂ ਕਹਿ ਰਹੇ ਕਿ ਜੀ ਐਮਨੈਸਟੀ ਹੋਣੀ ਆ ਤਾਂ ਉਹਦਾ ਬਿਲਕੁਲ ਆਪੋਜ਼ਿਟ ਹੋ ਜਾਵੇ। ਇਹ ਤਾਂ ਕਦੇ ਸੁਣਿਆ ਨਹੀਂ ਹੈ ਨਾ। ਉਹ ਇਹ ਤਾਂ ਕੀਤਾ ਗਿਆ ਹੈ ਤਾਂ ਕਿ ਤੁਸੀਂ ਉੱਧਰੋਂ ਇੰਡੀਆ ਵੱਲ ਪ੍ਰੈਸ਼ਰ ਨਾ ਪਾਓ, ਇੰਡੀਆ ਵਾਲਿਆਂ ਨੂੰ, ਕਿ ਤੁਸੀਂ ਸਾਈਨ ਨਾ ਕਰੋ। ਸੋ ਆਹ ਸੀ ਜੀ ਜੋ ਸਿਚੁਏਸ਼ਨ ਹੈਗਾ ਆ। ਇਹ ਜੋ ਹੈਗਾ ਇਹ ਤੁਹਾਡੇ ਹੀ ਸਰਕਾਰ ਦਾ ਮਸਲਾ ਹੈ ਜੋ ਇੰਡੀਆ ਦੀ ਦਾ ਹੈ, ਇੱਥੇ ਦੀ ਸਰਕਾਰ ਦਾ ਨਹੀਂ। ਇੱਥੇ ਤਾਂ ਮੈਂ ਤਾਂ ਆਪਣੀ ਜੋਬ ਕਰਨੀ ਆ। ਇੱਥੇ ਦੇ ਜੋ ਜਿਹੜੇ ਕਾਨੂੰਨ ਆ ਉਹ ਤਾਂ ਬਾਕੀ ਮੁਲਕਾਂ ਦੇ ਬੰਦੇ 10-15 ਦਿਨਾਂ 'ਚ ਭੇਜ ਦਿੰਦੇ ਆ। ਸਿਰਫ ਇੰਡੀਅਨਸ ਜੋ ਹੈਗੇ ਆ ਉਹ ਹੀ ਨਹੀਂ 6-6 9-9 ਮਹੀਨੇ ਭੇਜ ਹੁੰਦੇ, ਜਾਂ ਸਾਈਨਾਂ 'ਤੇ ਲਾਇਓ ਕਈ 10-10 ਸਾਲ 15-15 ਸਾਲ ਤੋਂ। ਕਈ ਲੋਕ ਤਾਂ 15 ਸਾਲ ਤੋਂ ਸਾਈਨ ਕਰ ਰਹੇ ਆ ਤਾਂ ਉਹਨਾਂ ਨੂੰ ਮੁੜ ਕੇ ਨਹੀਂ ਭੇਜ ਹੋਇਆ, ਕਿ ਲੋਕ ਇਨਕੁਆਇਰੀਆਂ ਰਕਾਈ ਜਾਂਦੇ ਸੀ, ਇੰਡੀਅਨ ਹਾਈ ਕਮਿਸ਼ਨ ਵਾਲੇ ਦਿੰਦੇ ਨਹੀਂ ਸੀ, ਉਹਨਾਂ ਦੀ ਸਿਸਟਮ ਨਹੀਂ ਸੀ ਅੱਛੀ। ਹੁਣ ਤਾਂ ਹੀ ਇਹਨਾਂ ਨੇ ਸਟ੍ਰੀਮਲਾਈਨ ਕੀਤਾ ਕੰਮ ਹੈ। ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਇਹ ਬਚਣ ਦਾ ਟਾਈਮ ਆ, ਇਹ ਬਚਣ ਦਾ ਟਾਈਮ ਆ। ਇਹ ਹੋਊ ਪਰੇ ਵਾਲਾ ਟਾਈਮ ਨਹੀਂ, ਜਾਂ ਕੋਈ ਗੱਲ ਨਹੀਂ ਹੌਸਲਾ ਰੱਖੋ, ਆਹ ਕਰੋ, ਆਹ ਵਾਲਾ ਟਾਈਮ ਨਹੀਂ, ਕੋਈ ਗੱਲ ਨਹੀਂ ਜੀ ਨਹਿਰ 'ਚ ਛਾਲ ਮਾਰੋ, ਇਹ ਉਹਦਾ ਟਾਈਮ ਤਾਂ ਹੈ ਹੀ ਨਹੀਂ। ਇਹ ਆਪਾਂ ਨਹਿਰ 'ਚ ਛਾਲ ਮਾਰਨੀ ਕਿਉਂ? ਆਪਾਂ ਖੂਹ 'ਚ ਛਾਲ ਕਿਉਂ ਮਾਰਨੀ ਹੈ ਜੇ ਪਤਾ ਕਿ ਡੁੱਬਣ ਦੇ ਚਾਂਸ ਹੈਗੇ ਆ? ਆਪਾਂ ਦੂਰ ਰਹੀਏ। ਆਪਾਂ ਇਮੀਗ੍ਰੇਸ਼ਨ ਕੋਲ ਜਾਣਾ ਹੀ ਕਿਉਂ ਆ? ਇਹ ਤੁਹਾਡੇ ਮਿੱਤਰ ਤਾਂ ਹੈ ਨਹੀਂ, ਇਹ ਤਾਂ ਸਾਬਿਤ ਹੋ ਗਿਆ ਹੈ ਨਾ। ਪ੍ਰੀਤੀ ਪਟੇਲ ਤਾਂ ਕੱਚਿਆਂ ਦੀ ਮਿੱਤਰ ਤਾਂ ਹੈ ਨਹੀਂ, ਇਹ ਵੀ ਸਾਬਿਤ ਹੋ ਗਿਆ। ਬੋਰਿਸ ਜੌਨਸਨ ਕੱਚਿਆਂ ਦੇ ਮਿੱਤਰ ਹੈ ਨਹੀਂ, ਇਹ ਵੀ ਸਾਬਿਤ ਹੋ ਗਿਆ। ਮੈਂ ਤੁਹਾਨੂੰ ਕਿਹਾ ਵੀ ਸੀਗਾ ਜਦੋਂ ਤੁਸੀਂ ਕਿਹਾ ਸੀ ਨਹੀਂ ਐਮਨੈਸਟੀ ਬੋਰਿਸ ਨੇ ਕਰ ਦੇਣੀ ਆ, ਮੈਂ ਕਿਹਾ ਸੀ ਇਲੈਕਸ਼ਨ ਆਉਂਦੀ ਆ ਜੀ, ਹਰ ਇਲੈਕਸ਼ਨ 'ਤੇ ਇਹ ਆਦਮੀ ਕਹਿੰਦਾ ਕਿ ਮੈਂ ਐਮਨੈਸਟੀ ਦਿਓ ਤਾਂ ਕਿ ਇਹਨੂੰ ਵੋਟਾਂ ਚਾਹੀਦੀਆਂ। ਐਤਕੀ ਵੀ ਇਹੀ ਹੋਇਆ, ਔਰ ਇਹ ਜਿੱਤ ਗਿਆ ਔਰ ਲੇਬਰ ਹਾਰ ਗਈ। ਜਿਨ੍ਹਾਂ ਨੇ ਐਮਨੈਸਟੀ ਲਿਆਉਣੀ ਸੀ ਲੇਬਰ ਵਾਲਿਆਂ ਨੇ, ਉਹਨਾਂ ਨੂੰ ਹਰਾਤਾ। ਤਾਂ ਤੁਸੀਂ ਜਿਹੜੇ ਬੰਦੇ ਨੇ ਤੁਹਾਡੀ ਆ ਡੀਲ ਤੇ ਸਾਈਨ ਕੀਤਾ ਕਿ ਇੰਡੀਆ ਨੂੰ ਭੇਜ ਦਿਓ, ਉਹਨੂੰ ਤੁਸੀਂ ਜਿਤਾਤਾ। ਤਾਂ ਉਹਨੂੰ ਤੁਹਾਨੂੰ ਕੀ ਦਿੱਤਾ? ਕੱਖ ਵੀ ਨਹੀਂ। ਜੇ ਉਹ ਚਾਹੁੰਦਾ ਉਹ ਰੋਕ ਹੀ ਸਕਦਾ ਪ੍ਰੀਤੀ ਨੂੰ ਕਿ ਨਹੀਂ ਸਾਈਨ ਕਰਨੇ, ਆ ਨਹੀਂ ਚਾਹੁੰਦੇ ਆਪਾਂ ਨਹੀਂ ਮੋੜਨੇ, ਕਰ ਹੀ ਸਕਦੇ ਆ। ਆਹ ਤਾਂ 2018 ਦਾ ਡੀਲ ਪਿਆ ਹੈ ਰੈਡੀ। ਸਾਈਨ ਤਾਂ ਇੰਡੀਆ ਵਾਲੇ ਨਹੀਂ ਕਰਦੇ ਸੀਗੇ। ਤੁਸੀਂ ਪ੍ਰੈਸ਼ਰ ਹੀ ਗਲਤ ਪਾ ਰਹੇ ਆ, ਗਲਤ ਜਗ੍ਹਾ, ਕਿ ਤੁਹਾਡੇ ਮੁੱਦੇ ਤੋਂ ਨਜ਼ਰ ਹਟਾਈ ਗਈ। ਕੁਛ ਵਿਅਕਤੀਆਂ ਨੇ ਰਲ ਕੇ ਤੁਹਾਨੂੰ ਗੋਲ ਕਰ ਦਿੱਤਾ। ਤੁਹਾਡਾ ਸਹੀ ਤਾਂ ਮੁੱਦਾ ਸੀ ਕਿ ਜੀ ਤੁਸੀਂ ਇੰਡੀਆ ਵਾਲੇ 'ਤੇ ਪ੍ਰੈਸ਼ਰ ਪਾਉਂਦੇ ਕਿ ਤੁਸੀਂ ਡੀਲ ਨਾ ਸਾਈਨ ਕਰੋ। ਮੋਦੀ ਜੀ ਸਾਡਾ ਕੰਮ ਖਰਾਬ ਹੋ ਜਾਣਾ ਇੱਥੇ। ਪਰ ਬੋਰਿਸ ਹੁਣ ਹੈਪੀ, ਮੋਦੀ ਜੀ ਹੈਪੀ, ਬਿਲੀਅਨ ਪਾਉਂਡ ਵਾਲੇ ਡੀਲ ਵਾਲੇ ਹੈਪੀ, ਪ੍ਰੀਤੀ ਹੈਪੀ, ਆਪਣੇ ਕੱਚੇ ਦੁਖੀ। ਆਹ ਹੈ ਨਤੀਜਾ ਇਹਦਾ। ਸੋ this is what actually has happened। ਔਰ ਇਹਨੂੰ ਸੱਦਿਆ ਰਾਜਨੀਤੀ। ਔਰ ਰਾਜਨੀਤੀ ਸਮਝਣੀ ਬਹੁਤ ਔਖੀ ਹੁੰਦੀ ਆ, ਪਰ ਇੱਕ ਵਾਰੀ ਤੁਸੀਂ ਸਾਰੀ ਚੀਜ਼ਾਂ ਨੂੰ ਸਾਹਮਣੇ ਰੱਖੋ ਨਾ ਤਾਂ ਚੇਨ ਸਮਝ ਆ ਜਾਂਦੀ ਆ। ਅਮਿਤ ਸ਼ਾਹ ਜੀ ਕੀ ਕਹਿੰਦੇ ਹੁੰਦੇ ਆ? ਆਪ ਕ੍ਰੋਨੋਲੋਜੀ ਸਮਝੀਏ, ਹੈ ਨਾ। ਆਹ ਕ੍ਰੋਨੋਲੋਜੀ ਤੁਸੀਂ ਸਮਝੋ ਕਿ ਕੀ ਹੋਇਆ, ਕਦੋਂ ਹੋਇਆ, ਕਿੱਦਾਂ ਹੋਇਆ, ਕਿਉਂ ਹੋਇਆ।
ਰਾਈਟ, ਹੁਣ ਜੇ ਇਹਨੂੰ ਆਪਾਂ ਨਜ਼ਰਅੰਦਾਜ਼ ਕਰੀਏ ਨਾ, ਉਹ ਕਰੀ ਜਾਓ, ਉਹਦੇ ਵਿੱਚ ਕਿਸੇ ਦਾ ਨਹੀਂ ਘਾਟਾ ਹੋਣਾ, ਪੱਕਿਆਂ ਦਾ ਨਹੀਂ ਕੋਈ ਘਾਟਾ ਹੋਣਾ, ਮੇਰਾ ਨਹੀਂ ਕੋਈ ਘਾਟਾ ਹੋਣਾ, ਬੋਰਿਸ ਦਾ ਨਹੀਂ ਘਾਟਾ ਹੋਣਾ, ਮੋਦੀ ਜੀ ਦਾ ਨਹੀਂ ਕੋਈ ਘਾਟਾ ਹੋਣਾ, ਅਮਿਤ ਸ਼ਾਹ ਦਾ ਨਹੀਂ ਘਾਟਾ ਹੋਣਾ, ਤੁਹਾਡਾ ਹੀ ਘਾਟਾ ਹੋਊ। ਜਿਹੜਾ ਬੰਦਾ ਫੜ ਹੋਊ ਤਾਂ ਪਿੱਛੇ ਭੇਜੂ, ਉਹਦਾ ਹੀ ਘਾਟਾ ਹੋਊ। ਸੋ ਇੱਕ ਦੂਜੇ ਨੂੰ ਤੁਸੀਂ ਗਲਤ ਸਲਾਹਾਂ ਨਾ ਦਿਓ, ਗਲਤ ਪੰਪ ਨਾ ਦਿਓ, ਇੱਕ ਦੂਜੇ ਦੇ ਘਰ ਨਾ ਪੱਟੋ। ਮੈਂ ਤੁਹਾਨੂੰ ਸ਼ੁਰੂ ਹੀ ਇਹ ਸ਼ੋਅ 'ਤੇ ਇਸ ਤੇ ਇਸ਼ੂ 'ਤੇ ਕੀਤਾ ਸੀ ਕਿ ਤੁਸੀਂ ਇੱਕ ਦੂਜੇ ਦੇ ਦੁਸ਼ਮਣ ਹੋ, ਔਰ ਤੁਸੀਂ ਦਿਖਾਵਾ ਇੰਨਾ ਨਕਲੀ ਕਰਦੇ ਆ ਜੀ ਕਿ ਆਪਾਂ ਤਾਂ ਇਕੱਠੇ ਆ, ਆਪਾਂ ਤਾਂ ਯਾਰ ਆ, ਆਪਾਂ ਤਾਂ ਸਾਰੇ ਕੱਚੇ ਭਰਾ ਆ। ਜੇ ਤੁਸੀਂ ਸਾਰੇ ਕੱਚੇ ਭਰਾ ਆ ਤਾਂ ਤੁਸੀਂ ਇੱਕ ਦੂਜੇ ਦੀ ਸ਼ਿਕਾਇਤਾਂ ਕਿਉਂ ਕਰਦੇ ਆ? ਸ਼ਿਕਾਇਤ ਕੋ ਗੋਰਾ ਤਾਂ ਨਹੀਂ ਕਰਦਾ ਤੁਹਾਡੀ ਸ਼ਿਕਾਇਤ, ਨਹੀਂ ਨਾ। ਤੁਸੀਂ ਇੱਕ ਦੂਜੇ ਦੀ ਇਨਫੋਰਮੇਸ਼ਨ ਸਾਰੀ ਕਿਉਂ ਲੀਕ ਕਰਦੇ ਇਮੀਗ੍ਰੇਸ਼ਨ ਨੂੰ ਕਿ ਜੀ ਆਹ ਬੰਦਾ ਇੱਥੇ ਕੰਮ ਕਰਦਾ, ਇਸ ਟਾਈਮ ਨੂੰ ਜਾਂਦਾ? ਇਹ ਤਾਂ ਕੋਈ ਜਾਣ ਹੀ ਦੇ ਸਕਦਾ। ਹੁਣ ਮੈਂ ਦਿਨ 'ਚ ਕਿੱਥੇ ਜਾਂਦਾ, ਕੀ ਕੰਮ ਕਰਦਾ, ਕਦੋਂ ਕਿੱਥੇ ਹੁੰਦਾ, ਉਹ ਤਾਂ ਮੇਰਾ ਕੋਈ ਜਾਣਨ ਵਾਲਾ ਹੀ ਦੱਸ ਸਕਦਾ। ਤੁਹਾਨੂੰ ਤਾਂ ਨਹੀਂ ਪਤਾ ਨਾ, ਮੈਨੂੰ ਤੁਹਾਡਾ ਪਤਾ ਕਿ ਤੁਸੀਂ ਕਿੱਥੇ ਜਾਂਦੇ ਆ, ਕੀ ਕੰਮ ਕਰਦੇ ਆ, ਕੀ ਨਹੀਂ। ਮੈਨੂੰ ਕੀ ਪਤਾ ਤੁਸੀਂ 8 ਵਜੇ ਤੋਂ ਬਾਅਦ ਹੁਣ ਕੀ ਕੰਮ ਕਰਨਾ, ਤੁਹਾਨੂੰ ਵੀ ਕੀ ਪਤਾ ਕਿ ਮੈਂ 8 ਵਜੇ ਤੋਂ ਬਾਅਦ ਕਿੱਥੇ ਜਾਣਾ। ਕੋਈ ਜਾਣਨੇ ਵਾਲਾ ਕਰ ਸਕਦਾ ਜਿਹੜਾ ਮੇਰਾ ਭੇਤੀ ਹੋ। ਭੇਤੀ ਤੁਹਾਡੇ, ਤੁਸੀਂ ਆਪਣੇ ਹੀ ਆ ਖੁਦ ਭੇਤੀ। ਸੋ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਦਿਖਾਵਾ ਤੁਹਾਡਾ ਬਹੁਤ ਹੈ ਜੀ, ਪਰ ਐਕਚੁਅਲੀ ਅਸਲੀਅਤ ਵਿੱਚ ਸ਼ਿਕਾਇਤਾਂ ਤੁਸੀਂ ਇੱਕ ਦੂਜੇ ਦੇ ਕਰਦੇ ਆ। ਉਹ ਮੇਰਾ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਕਿਸੇ ਇਮੀਗ੍ਰੇਸ਼ਨ ਅਫਸਰ ਨੂੰ ਪੁੱਛ ਲਓ, ਕਿਸੇ ਪੁਲਿਸ ਵਾਲੇ ਨੂੰ ਪੁੱਛ ਲਓ ਕਿ ਇਹਨਾਂ ਦੀ ਸ਼ਿਕਾਇਤ ਕੌਣ ਕਰਦਾ ਕੱਚਿਆਂ ਦੀ। ਉਹ ਤੁਹਾਨੂੰ ਆਪ ਦੱਸੂਗੇ ਕਿ ਰਿਸ਼ਤੇਦਾਰ ਹੀ ਕਰਦੇ ਆ। ਗੋਰਿਆਂ ਨੂੰ ਤਾਂ ਆਈਡੀਆ ਹੀ ਨਹੀਂ, ਗੋਰੇ ਤਾਂ ਤੁਹਾਨੂੰ ਬਚਾਉਣ ਆਉਂਦੇ ਆ ਜੇ ਉਹਨੂੰ ਤੁਸੀਂ ਸਮਝਾਓ ਮੁੱਦਾ। ਸੋ ਉਹ ਤਾਂ ਤੁਸੀਂ ਦੇਖ ਹੀ ਲਿਆ, ਉਹਦਾ ਵੀ ਪ੍ਰੂਫ ਮੈਂ ਦਿਖਾ ਦਿੱਤਾ, ਕੱਲ ਸਾਰਿਆਂ ਨੇ ਪ੍ਰੂਫ ਦੇਖਿਆ ਉਹਦਾ। ਆਹ ਹੈ ਜੀ ਸਿਚੁਏਸ਼ਨ ਜੋ ਹੈਗਾ ਆ। ਅੱਜ ਦੇ ਸ਼ੋਅ 'ਚੋਂ ਆਪਾਂ ਨਸੀਹਤ ਲਈਏ ਇਸ ਚੀਜ਼ ਦੀ। ਦੈਟਸ ਜੋ ਹੈਗਾ ਆ, ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਇਹ ਸਮਝਾਤਾ ਹੋਊਗਾ। ਹੁਣ 2 ਹਫ਼ਤੇ ਹੋ ਗਏ ਜੀ ਤੁਹਾਨੂੰ ਸਮਝਾ ਰਿਹਾ। ਤੁਸੀਂ ਹਾਂਜੀ ਆਪਣੇ ਆਪ ਨੂੰ ਐਜੂਕੇਟ ਕਰੋ, ਆਪਣੇ ਆਪ ਨੂੰ ਐਜੂਕੇਟ ਕਰੋ ਤਾਂ ਕਿ ਤੁਸੀਂ ਫੈਕਟਸ ਦੇ ਅਵੇਅਰ ਹੋਵੋਗੇ, ਤਾਂ ਕਿ ਤੁਸੀਂ ਮਿਸਲੀਡ ਨਾ ਹੋ, ਮਿਸਗਾਈਡ ਨਾ ਹੋ। ਇਸ ਵੇਲੇ ਤੁਹਾਨੂੰ ਹਰ ਕੋਈ ਬੰਦਾ ਮਿਸਗਾਈਡ ਕਰ ਰਿਹਾ ਕਿਉਂਕਿ ਤੁਹਾਡੀ ਉਹ ਅਨਪੜ੍ਹਤਾ ਦਾ ਫਾਇਦਾ ਉਠਾਉਂਦਾ। ਉਹਦੇ ਲਈ ਸਭ ਤੋਂ ਬੁਰੀ ਗੱਲ ਇਹ ਹੈ ਕਿ ਤੁਸੀਂ ਪੜ੍ਹ ਜਾਓ, ਕਿ ਤੁਸੀਂ ਆਪ ਰੂਲਸ ਨੂੰ ਪਤਾ ਕਰ ਲਓ। ਤੁਸੀਂ ਆਪਣਾ ਜੋ ਹੈਗਾ ਆ ਆਪਣੀ ਡਿਸੀਜਨ ਖੁਦ ਬਣਾਓ, ਸੋਚ ਸਮਝ ਕੇ, ਪੜ੍ਹ ਕੇ। ਸਾਰਾ ਕੁਝ ਅਵੇਲੇਬਲ ਹੈਗਾ ਆ, ਸਾਰਾ ਦੇਖੋ, ਉਹਦੇ 'ਚੋਂ ਸੱਚ ਝੂਠ ਦੀ ਪਰਖ ਕਰੋ, ਹੈ ਨਾ। ਤਾਂ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਨਾ, ਤਾਂ ਕਿਸੇ ਦਾ ਬੁਰਾ ਨਾ ਕਰੋ। That's been the basis of my life, my whole program that I've done here. ਆਪਣੀ ਬੇਸਿਸ ਹੈ ਜੀ। ਤੇ ਲੋਕਾਂ ਨੂੰ ਝੂਠੀ ਉਮੀਦ ਨਾ ਦਿਓ, ਪੌੜੀ ਤੇ ਚੜਾ ਕੇ ਪੌੜੀ ਨਾ ਖਿੱਚੋ। ਹਰ ਬੰਦੇ ਨੂੰ ਆਪਣੇ ਅੰਗਰ ਹੀ ਸਮਝੀਦਾ, ਮੈਂ ਤਾਂ ਇਹੀ ਕਹੂੰਗਾ ਜੀ। ਚਲੋ, that was my lecture, my satsang for the day. ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫ਼ਤੇ। ਤੇ ਲੋਕ ਪੁੱਛਦੇ ਭਾਜੀ ਤੁਸੀਂ ਕਿੱਥੇ ਹੁੰਦੇ ਜੀ? ਮੈਂ ਬ੍ਰੈਂਟਫੋਰਡ ਦਫ਼ਤਰ ਹੁੰਦਾ, ਮੰਡੇ, ਬੁੱਧਵਾਰ, ਵੀਰਵਾਰ, ਫਰਾਈਡੇ, ਟਿਊਜ਼ਡੇ ਮੈਂ ਬਰਮਿੰਘਮ ਹੁੰਦਾ, ਸਾਰਿਆਂ ਨੂੰ ਪਤਾ ਹੀ ਆ। ਹਾਂਜੀ, ਸੋ ਮੇਰੀ ਨਾ ਸ਼ਿਕਾਇਤ ਕਰ ਦਿਓ, ਕਦੇ ਮੈਨੂੰ ਨਾ ਫੜਾ ਦਿਓ, ਹੈ। ਪਰ ਮੇਰੇ ਕੋਲ ਪਾਸਪੋਰਟ ਲਾ ਲਿਆ, ਸੋ ਆਪਾਂ ਠੀਕ ਆ। ਸੋ ਤੁਸੀਂ ਆਪਣੇ ਆਪ ਨੂੰ ਬਚਾਓ, ਇਹੀ ਤੁਹਾਡੇ ਲਈ ਬੈਸਟ ਜੋ ਹੈਗੀ ਹੈ ਸਹੀ ਸਲਾਹ ਆ। ਬੈਸਟ ਸਹੀ ਸਲਾਹ ਇਹ ਆ। ਜਿਹੜੇ ਤੁਹਾਨੂੰ ਫੜਨ ਲਈ ਆ ਰਿਹਾ ਉਹਨਾਂ ਨੂੰ ਆਪਣੇ ਮਿੱਤਰ ਨਾ ਸਮਝੋ। ਚਲੋ ਜੀ, ਇੰਨਾ ਬਹੁਤ ਸੀਗਾ। ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫ਼ਤੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। Going through family problems is highly emotional and pressurizing for everybody involved. Make sure you have the right help to navigate your way through so that you don't lose out on any of your rights. GLS Solicitors is led by award-winning solicitor Harjap Singh Bungal. GLS Solicitors, when the experts need an expert.